ਰਾਮਦਾਸ ਅਰਜਨ ਗੁਰੂ ਬਾਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸ਼ਨ ਸੋਏ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਲੈ ਕਰ ਸੰਗ ਗਇਓ ਹੈ ਪਾਹੀ ਪਾਏ ਹੋ ਝਾਰ ਚਾਹੇ ਕਰ ਖਾਹੀ ਸਾਚੇ ਪਾਤਸ਼ਾਹ ਕੇ ਘੋਰੇ ਇਮ ਕਹਿ ਨਮੋ ਕੀਨ ਪਗ ਓਰੇ ਲੇਕਰ ਸੰਗ ਗਇਓ ਹੈ ਪਾਹੀ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਡੇ ਸਾਰਿਆਂ ਦੇ ਉੱਤੇ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਸਤਿਗੁਰੂ ਜੀ ਗਰੀਬ ਨਵਾਜ ਜੀ ਸੱਚੇ ਪਾਤਸ਼ਾਹ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਦੇ ਵਿੱਚ ਸੁਭਾਏਮਾਨ ਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ ਬੜੇ ਹੀ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਹਰ ਰੋਜ਼ ਆਪ ਜੀ ਛੇਵੇਂ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰ ਰਹੇ ਹੋ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਇਤਿਹਾਸ ਅੱਜ ਕੱਲ੍ਹ ਆਪਾਂ ਸਰਵਣ ਕਰ ਰਹੇ ਹਾਂ ਇਹ ਇਤਿਹਾਸ ਬੜਾ ਪ੍ਰਸਿੱਧ ਹੈ, ਪਰ ਇਸ ਸਾਖੀ ਨੂੰ ਜਦੋਂ ਡਿਟੇਲ ਦੇ ਵਿੱਚ ਸੁਣੀਏ ਧਿਆਨ ਨਾਲ ਸੁਣੀਏ ਫਿਰ ਕਈ ਪੱਖ ਜਿਹੜੇ ਆ ਉਹ ਜਿਹੜੇ ਅਣਗੋਲੇ ਰਹਿ ਜਾਂਦੇ ਆ ਉਹ ਸਾਹਮਣੇ ਆਉਂਦੇ ਆ। ਕੱਲ੍ਹ ਆਪ ਜੀ ਨੇ ਸੁਣਿਆ ਪਹਿਲੇ ਦਿਨ ਹੀ ਬਾਬਾ ਬਿਧੀ ਚੰਦ ਜੀ ਲਾਹੌਰ ਦੇ ਵਿੱਚ ਜਦੋਂ ਘਾਹ ਵੇਚਣ ਵਾਸਤੇ ਤੁਰੇ ਸੌਂਦੇ ਖਾਂ ਦਰੋਗਾ ਵੀ ਮੱਥੇ ਲੱਗ ਗਿਆ, ਉਹਨੂੰ ਘਾਹ ਵੀ ਬੜਾ ਪਸੰਦ ਆਇਆ ਅਤੇ ਬਾਬਾ ਬਿਧੀ ਚੰਦ ਜੀ ਨੂੰ ਉਹ ਘੋੜਿਆਂ ਦੇ ਕੋਲ ਵੀ ਲੈ ਗਿਆ ਜੀ। ਇਹੋ ਕੁਝ ਹੀ ਬਾਬਾ ਜੀ ਚਾਹੁੰਦੇ ਸਨ। ਬਾਬਾ ਜੀ ਗੁਰੂ ਹਰਗੋਬਿੰਦ ਸਾਹਿਬ ਦੀ ਮਿਹਰ ਵੇਖਣ ਕਿਰਪਾ ਵੇਖਣ ਅਤੇ ਆਪਣੇ ਮਨ ਵਿੱਚ ਗੁਰੂ ਹਰਗੋਬਿੰਦ ਸਾਹਿਬ ਦਾ ਸ਼ੁਕਰ ਕਰਨ ਵੀ ਸੱਚੇ ਪਾਤਸ਼ਾਹ ਪਹਿਲੇ ਦਿਨ ਹੀ ਮਹਾਰਾਜ ਤੁਸੀਂ ਸਿੱਧੀਆਂ ਪਾ ਦਿੱਤੀਆਂ ਜੀ। ਅਤੇ ਫਿਰ ਤੁਸੀਂ ਸੁਣਿਆ ਬਾਬਾ ਜੀ ਨੇ ਘੋੜਿਆਂ ਨੂੰ ਘਾਹ ਖਵਾਇਆ ਅਤੇ ਘੋੜਿਆਂ ਨੂੰ ਮੱਥਾ ਟੇਕਿਆ।
ਸੌਂਦੇ ਖਾਂ ਕਹਿੰਦਾ ਹੈ ਵੀ ਘਾਈ ਇਹ ਕੀ ਕਰਨੇ ਆ। ਤੇ ਬਾਬਾ ਜੀ ਕਹਿਣ ਲੱਗੇ ਵੀ ਮੱਥਾ ਕਿਉਂ ਨਾ ਟੇਕਾਂ, ਸੱਚੇ ਪਾਤਸ਼ਾਹ ਦੇ ਘੋੜੇ ਨੇ। ਤੇ ਉਹ ਇਹ ਸਮਝਦਾ ਹੈ ਵੀ ਇਹ ਸੱਚਾ ਪਾਤਸ਼ਾਹ ਸ਼ਾਹਜਹਾਂ ਨੂੰ ਕਹਿ ਰਿਹਾ, ਪਰ ਬਾਬਾ ਬਿਧੀ ਚੰਦ ਜੀ ਤਾਂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕਰਨ ਦੇ ਆ ਨਾ। ਸੋ ਇਹ ਪ੍ਰਸੰਗ ਤੁਸੀਂ ਸੁਣਿਆ। ਇੱਕ ਫਿਰ ਉਸ ਸਮੇਂ ਦਾ ਰੁਪਈਆ ਦਿੱਤਾ ਜੀ ਘਾਹ ਦੇ ਬਦਲੇ ਜੀ, ਪਰ ਬਾਬਾ ਬਿਧੀ ਚੰਦ ਜੀ ਨੇ ਉਹ ਵਰਤੀ ਨਹੀਂ ਮਾਇਆ, ਉਹਦੇ ਟਕੇ ਕਰਾਏ ਜੀ, ਭਾਵ ਉਹਨੂੰ ਤੜਾਇਆ ਤੇ ਗਰੀਬਾਂ ਦੇ ਵਿੱਚ ਵੰਡ ਦਿੱਤਾ। ਫਿਰ ਖੁਸ਼ੀ ਖੁਸ਼ੀ ਭਾਈ ਜੀਵਨ ਦੇ ਘਰ ਗਏ ਤੇ ਉਹਦੇ ਘਰੋਂ ਪ੍ਰਸ਼ਾਦ ਪਾਣੀ ਛਕਿਆ, ਭੋਜਨ ਛਕਿਆ। ਅਗਲੇ ਦਿਨ ਫਿਰ ਸਾਧ ਸੰਗਤ ਜੀ ਘਾਹ ਖੋਤਿਆ, ਕੁਤਰਿਆ ਤੇ ਘਾਹ ਲੈ ਕੇ ਉਹਦੀ ਪੰਡ ਬਣਾ ਕੇ ਤੇ ਫਿਰ ਬਾਜ਼ਾਰ ਵਿੱਚ ਚਲੇ ਗਏ। ਤੇ ਸੌਂਦੇ ਖਾਂ ਨੇ ਵੇਖਿਆ ਵੀ ਕੱਲ੍ਹ ਵੀ ਘੋੜਿਆਂ ਨੇ ਇਹ ਘਾਹ ਬੜੇ ਖੁਸ਼ ਹੋ ਕੇ ਖਾਧਾ ਸੀ, ਅੱਜ ਵੀ ਖਾ ਲੈਣਗੇ, ਚਰ ਲੈਣਗੇ। ਸੌਂਦੇ ਖਾਂ ਨੇ ਬਾਬਾ ਬਿਧੀ ਚੰਦ ਜੀ ਨੂੰ ਫਿਰ ਸੱਦਾ ਆਵਾਜ਼ ਦੇ ਦਿੱਤੀ ਵੀ ਆ ਜਾ ਤੇ ਘਾਹ ਖਵਾ ਦੇ ਜੀ। ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸੁਣਨੀ ਹੈ। ਬੜੇ ਪਿਆਰ ਵਾਲਾ ਪ੍ਰਸੰਗ ਹੈ। ਜਿਹੜਾ ਇਹ ਸਿੱਖ ਕਥਾ ਸੁਣਦਾ ਹੈ ਉਹਦੇ ਮਨ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਿਆਰ ਵੀ ਵਸਦਾ ਤੇ ਬਾਬਾ ਬਿਧੀ ਚੰਦ ਜੀ ਦੇ ਪਰਥਾਏ ਵੀ ਪਿਆਰ ਵਸਦਾ ਹੈ। ਆਓ ਪਿਆਰ ਨਾਲ ਕਥਾ ਸੁਣੀਏ। ਗੱਜ ਕੇ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਲੈ ਕਰ ਸੰਗ ਗਇਓ ਹੈ ਘਾਹੀ। ਦਰੋਗਾ ਆਪ ਬਾਬਾ ਬਿਧੀ ਚੰਦ ਜੀ ਨੂੰ ਨਾਲ ਲੈ ਕੇ ਘੋੜਿਆਂ ਦੇ ਕੋਲ ਗਿਆ। ਪਾਹੋ ਝਾਰ ਚਾਹੇ ਕਰ ਖਾਹੀ। ਇਹ ਦੂਸਰੇ ਦਿਨ ਦੀ ਗੱਲ ਹੈ। ਕਹਿੰਦਾ ਵੀ ਘਾਹ ਦੇ ਵਿੱਚ ਮਿੱਟੀ ਘੱਟਾ ਨਾ ਹੋਵੇ, ਇਹਨੂੰ ਚੰਗੀ ਤਰ੍ਹਾਂ ਝਾੜ ਝਾੜ ਕੇ ਛਕਾ। ਤੇ ਬਾਬਾ ਜੀ ਨਾ ਫਿਰ ਘੋੜਿਆਂ ਨੂੰ ਘਾਹ ਜਿਹੜਾ ਛਕਾਉਂਦੇ ਉਹਨੂੰ ਝਾੜਦੇ ਆ, ਸਾਫ਼ ਕਰਦੇ ਆ। ਸਾਚੇ ਪਾਤਸ਼ਾਹ ਕੇ ਘੋਰੇ। ਤੇ ਘਾਹ ਛਕਾਉਂਦੇ ਛਕਾਉਂਦੇ ਪਤਾ ਕੀ ਕਹਿੰਦੇ? ਕਹਿੰਦੇ ਮੇਰੇ ਸੱਚੇ ਪਾਤਸ਼ਾਹ ਦੇ ਘੋੜੇ ਨੇ, ਮੇਰੇ ਸੱਚੇ ਪਾਤਸ਼ਾਹ ਦੇ ਘੋੜੇ ਨੇ, ਮੇਰੇ ਸੱਚੇ ਪਾਤਸ਼ਾਹ ਦੇ ਘੋੜੇ ਨੇ। ਇੱਦਾਂ ਹੀ ਆਖੀ ਜਾਂਦੇ ਆ। ਹਾਂਜੀ। ਇਮ ਕਹੈ ਨਮੋ ਕੀਨ ਪਗ ਓਰੇ। ਸੱਚੇ ਪਾਤਸ਼ਾਹ ਦੇ ਘੋੜੇ ਨੇ ਇਹ ਕਹਿ ਕੇ ਸਾਧ ਸੰਗਤ ਜੀ ਘੋੜਿਆਂ ਦੇ ਪੌੜਾਂ ਤੇ ਹੱਥ ਲਾ ਕੇ ਮੱਥਾ ਵੀ ਟੇਕਿਆ ਜੀ। ਵੇਖੋ ਭਾਵਨਾ ਦੀ ਗੱਲ ਹੈ, ਸ਼ਰਧਾ ਦੀ ਗੱਲ ਹੈ। ਮੈਂ ਇੱਕ ਖਿਣ ਲਈ ਬੇਨਤੀ ਕਰ ਦਿੰਦਾ। ਕਈ ਕਹਿੰਦੇ ਆ ਮਹਾਰਾਜ ਦੀਆਂ ਵਸਤੂਆਂ ਨੂੰ ਕਿਉਂ ਮੱਥਾ ਟੇਕਦੇ ਹੋ, ਹੈਂ ਬੇਰ ਨੂੰ ਕਿਉਂ ਮੱਥਾ ਟੇਕ ਦਿੰਦੇ ਹੋ? ਚੇਤਾ ਰੱਖੋ ਬਾਬਾ ਬਿਧੀ ਚੰਦ ਜੀ ਗੁਰੂ ਜੀ ਦੇ ਸੱਚੇ ਸਿੱਖ ਨੇ। ਸੱਚਾ ਸਿੱਖ ਤਾਂ ਗੁਰੂ ਜੀ ਦੇ ਪਸ਼ੂਆਂ ਨੂੰ ਵੀ ਮੱਥਾ ਟੇਕਦਾ ਹੈ, ਤੇ ਗੁਰੂ ਜੀ ਨੂੰ ਕਿਉਂ ਨਹੀਂ ਮੱਥਾ ਟੇਕੇਗਾ? ਤੇ ਹੁਣ ਅੰਦਾਜ਼ਾ ਲਾਓ, ਅਜੇ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਘੋੜਿਆਂ ਤੇ ਬੈਠੇ ਤਾਂ ਨਹੀਂ ਨਾ। ਅਜੇ ਕਿਹੜਾ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਘੋੜਿਆਂ ਤੇ ਬੈਠੇ ਆ, ਬਸ ਭੇਟ ਹੀ ਹੋਏ ਆ ਨਾ। ਉਦੋਂ ਤੋਂ ਹੀ ਬਾਬਾ ਬਿਧੀ ਚੰਦ ਜੀ ਘੋੜਿਆਂ ਦੇ ਪਰਥਾਏ ਸ਼ਰਧਾ ਰੱਖਣ ਲੱਗ ਪਏ ਜੀ। ਇਹ ਜੇ ਸਿੱਖ ਮੇਰੇ ਗੁਰੂ ਦੀ ਵਸਤੂ ਹੈ। ਚੇਤਾ ਰੱਖਿਓ, ਜਿੰਨਾ ਗੁਰੂ ਦਾ ਸਤਿਕਾਰ ਹੈ ਉਹਨਾਂ ਸਤਿਗੁਰਾਂ ਦੀਆਂ ਵਸਤੂਆਂ ਦਾ ਵੀ ਸਤਿਕਾਰ ਹੈ। ਮੈਂ ਇੱਕ ਵਾਰੀ ਅੱਗੇ ਵੀ ਬੇਨਤੀ ਕੀਤੀ ਸੀ। ਕਈ ਕਹਿੰਦੇ ਆ ਫੋਟੋ ਹੈ, ਫੋਟੋ ਨੂੰ ਸਿਰ ਨਹੀਂ ਝੁਕਾਉਣਾ। ਫਿਰ ਬੇਨਤੀ ਹੈ, ਸਿੱਖ ਚਿੱਤਰ ਦਾ ਪੁਜਾਰੀ ਨਹੀਂ ਹੈ। ਪਰ ਚੇਤਾ ਰੱਖੋ, ਜਿਹੜਾ ਗੁਰੂ ਨਾਨਕ ਸਾਹਿਬ ਜੀ ਦੀ ਤਸਵੀਰ ਸਰੂਪ ਦਾ ਸਤਿਕਾਰ ਨਹੀਂ ਕਰ ਸਕਦਾ, ਗੁਰੂ ਨਾਨਕ ਸਾਹਿਬ ਦਾ ਕੀ ਕਰੇਗਾ? ਤਸਵੀਰ ਤੇ ਗੁਰੂ ਨਾਨਕ ਸਾਹਿਬ ਜੀ ਦੀ ਹੈ ਨਾ, ਸਰੂਪ ਤਾਂ ਬਾਜਾਂ ਵਾਲੇ ਦਾ ਹੈ ਨਾ। ਭਾਵੇਂ ਕਲਪਨਾ, ਤੇ ਕਲਪਨਾ ਕਿਹਦੀ ਹੈ? ਕਲਪਨਾ ਵੀ ਤਾਂ ਗੁਰੂ ਸਾਹਿਬ ਦੀ ਹੈ ਨਾ। ਆਖੋ ਵਾਹਿਗੁਰੂ। ਜਿਹੜੀ ਵਸਤੂ ਸਤਿਗੁਰੂ ਜੀ ਦੇ ਨਾਮ ਨਾਲ ਜੁੜ ਗਈ ਨਾ ਪਿਆਰਿਓ, ਉਹ ਗੁਰੂ ਜੀ ਦੇ ਸ਼ਰਧਾ ਵਾਲੇ ਸਿੱਖਾਂ ਵਾਸਤੇ ਉਹ ਵਸਤੂ ਪੂਜਣਯੋਗ ਹੋ ਜਾਂਦੀ ਜੀ। ਉਹ ਪੂਜਣਯੋਗ ਹੋ ਜਾਂਦੀ ਹੈ। ਉਹ ਉਹਨੂੰ ਵੀ ਮੱਥੇ ਟੇਕਦੇ ਆ, ਉਹਨੂੰ ਵੀ ਉਹ ਨਮਸਕਾਰਾਂ ਕਰਦੇ ਆ। ਉਹਨਾਂ ਲਈ ਉਹਨਾਂ ਵਿੱਚੋਂ ਹੀ ਗੁਰੂ ਜੀ ਦੇ ਦਰਸ਼ਨ ਹੋ ਜਾਂਦੇ ਆ ਜੀ। ਮੈਂ ਆਪਣੇ ਜੀਵਨ ਦੀ ਘਟਨਾ ਦੱਸ ਦਿੰਦਾ। ਤਖਤ ਸ੍ਰੀ ਕੇਸਗੜ੍ਹ ਸਾਹਿਬ ਪੰਥ ਦਾ ਮਹਾਨ ਸਥਾਨ ਹੈ ਜੀ।
ਤਖਤ ਸ੍ਰੀ ਕੇਸਗੜ੍ਹ ਸਾਹਿਬ। ਹੋਲੇ ਮਹੱਲੇ ਦੇ ਉੱਤੇ ਅਸੀਂ ਮਹਾਰਾਜ ਜੀ ਦੇ ਸ਼ਸਤਰਾਂ ਦੇ ਦਰਸ਼ਨ ਕਰ ਰਹੇ ਸਾਂ ਔਰ ਤਖਤ ਸਾਹਿਬ ਜੀ ਦੀ ਵਸੀਰ ਵਿੱਚੋਂ ਦਰਸ਼ਨ ਕਰਾਏ ਜਾ ਰਹੇ ਸੀਗੇ ਜੀ। ਉੱਪਰ ਸਿੰਘ ਖਲੋਤਾ ਸੀ, ਬਾਕੀ ਸਾਰੀਆਂ ਸੰਗਤਾਂ ਥੱਲੇ ਬੈਠੀਆਂ ਜਿੱਥੇ ਦੀਵਾਨ ਸੱਜਦਾ ਜੀ। ਸਿੰਘ ਇੰਨੇ ਪਿਆਰ ਨਾਲ ਬੋਲੇ ਦਰਸ਼ਨ ਕਰਾਉਣ ਲੱਗਿਆਂ, ਮਹਾਰਾਜ ਜੀ ਦਾ ਇਤਿਹਾਸ ਦੱਸੇ ਤੇ ਸਾਧ ਸੰਗਤ ਜੀ ਮਹਾਰਾਜ ਦੇ ਸ਼ਸਤਰਾਂ ਦੇ ਦਰਸ਼ਨ ਕਰਾਉਣ। ਇਉਂ ਲੱਗੇ ਜਿਵੇਂ ਬਾਜਾਂ ਵਾਲੇ ਦੇ ਹੀ ਦਰਸ਼ਨ ਹੋ ਗਏ ਹੈ ਜੀ। ਕੋਈ ਅੱਖ ਬਣ ਰੱਖੇ, ਭਾਵਨਾ ਰੱਖੇ, ਮਹਾਰਾਜ ਦੀਆਂ ਵਸਤੂਆਂ ਵਿੱਚੋਂ ਮਹਾਰਾਜ ਦੇ ਹੀ ਦਰਸ਼ਨ ਹੋ ਜਾਂਦੇ ਆ। ਹੁਣ ਬਾਬਾ ਬਿਧੀ ਚੰਦ ਜੀ ਘੋੜਿਆਂ ਨੂੰ ਵੀ ਮੱਥਾ ਟੇਕੀ ਜਾਂਦੇ ਆ ਹੈ। ਜੇ ਕੋਈ ਅੱਜ ਦਾ ਗਿਆਨੀ ਹੁੰਦਾ ਤਾਂ ਬਾਬਾ ਜੀ ਤੇ ਤਰਕ ਕਰਨ ਲੱਗ ਪੈਂਦਾ ਵੀ ਬਾਬਾ ਜੀ ਇਹ ਕੀ ਕਰ ਰਹੇ ਹੋ। ਬਾਬਾ ਜੀ ਕਹਿੰਦੇ ਸੱਚੇ ਪਾਤਸ਼ਾਹ ਦੇ ਘੋੜੇ ਆ। ਹਾਂਜੀ, ਸਹਿਤ ਦਿਲਾਸੇ ਕਰ ਕੋ ਫੇਰਾ। ਫਿਰ ਦਿਲਾਸਾ ਦਿੰਦੇ ਆ, ਆਪਣੇ ਮਨ ਵਿੱਚੋਂ ਦਿਲਾਸਾ ਦਿੰਦੇ ਵੀ ਕੋਈ ਨਹੀਂ, ਛੇਤੀ ਤੁਹਾਨੂੰ ਤੁਹਾਡੇ ਮਾਲਕ ਕੋ ਪਹੁੰਚਾ ਦੇਵਾਂਗੇ। ਮਨ ਵਿੱਚ ਜੀ ਦਿਲਾਸਾ ਦਿੰਦੇ, ਹੱਥ ਫੇਰਦੇ ਆ ਘੋੜਿਆਂ ਤੇ। ਰੁੱਖ ਕਰ ਫੁਰਕਤ ਭਾਤ ਸਵੇਰਾ। ਫਿਰ ਉਸ ਗੱਲ ਦਾ ਘੋੜਿਆਂ ਦੇ ਉੱਤੇ ਵੀ ਅਸਰ ਹੁੰਦਾ ਜੀ। ਹਾਂਜੀ, ਕਹਿੰਦੇ ਘੋੜੇ ਜਿਹੜੇ ਆ ਨਾ ਉਸ ਸਮੇਂ ਫਿਰ ਫੁਰਕਾਰਾ ਮਾਰਦੇ ਆ ਜੀ ਹੈਂ। ਘੋੜਿਆਂ ਤੇ ਅਸਰ ਹੁੰਦਾ। ਚੇਤਾ ਰੱਖਿਓ, ਅਸਰ ਬੰਦੇ ਦੇ ਮਨ ਦਾ ਉਹਦੇ ਸਰੀਰ ਚੋਂ ਨਿਕਲ ਰਹੀਆਂ ਤਰੰਗਾਂ ਦਾ ਹੈ ਜੀ। ਹਾਂਜੀ, ਉਹਦੇ ਸਰੀਰ ਵਿੱਚੋਂ ਜਿਹੋ ਜਿਹੀਆਂ ਤਰੰਗਾਂ ਨਿਕਲਦੀਆਂ ਨਾ ਜੀ, ਅਸਰ ਉਹਦਾ ਹੈ ਜੀ। ਜੇ ਤੁਹਾਡੇ ਮਨ ਵਿੱਚ ਈਰਖਾ ਹੈ ਤੇ ਤੁਹਾਡੇ ਸਰੀਰ ਚੋਂ ਈਰਖਾ ਦੀਆਂ ਤਰੰਗਾਂ ਨਿਕਲਣਗੀਆਂ ਜੀ, ਉਹ ਦੂਜਿਆਂ ਉੱਤੇ ਅਸਰ ਪਾਉਣਗੀਆਂ। ਤੇ ਜੇ ਪ੍ਰੇਮ ਹੈ ਤੇ ਸਾਧ ਸੰਗਤ ਜੀ ਉਹ ਫਿਰ ਪ੍ਰੇਮ ਦੀਆਂ ਤਰੰਗਾਂ ਨਿਕਲਣਗੀਆਂ ਜੀ। ਰਾਬਿਆਂ ਮੁਸਲਮਾਨ ਧਰਮ ਦੇ ਵਿੱਚੋਂ ਬੜੀ ਵੱਡੀ ਸਾਧੂ ਮੰਨੀ ਗਈ ਜੀ। ਰਾਬਿਆਂ ਬੈਠੀ ਤੇ ਬੜੇ ਬੜੇ ਪਸ਼ੂ ਪੰਛੀ ਜਾਨਵਰ ਸੱਪ ਵੀ ਬੈਠੇ ਜੀ। ਹਾਂਜੀ, ਬੇਬੀ ਸੀ, ਔਰਤ ਸੀ ਤੇ ਬੈਠੀ ਨਾਮ ਜਪਣ ਦਈ ਜੀ। ਹਾਂਜੀ, ਇੱਕ ਬੰਦਾ ਆਇਆ ਜਿਹਨੇ ਫਕੀਰਾਂ ਵਾਲਾ ਲਿਬਾਸ ਪਾਇਆ ਸੀਗਾ ਜੀ। ਕੱਪੜੇ ਉਹਨੇ ਫਕੀਰਾਂ ਵਾਲੇ ਪਾਏ ਆ। ਜਦੋਂ ਉਹ ਉੱਥੇ ਆਇਆ ਤੇ ਸਭ ਜਾਨਵਰ ਚਲੇ ਗਏ ਜੀ ਉੱਥੋਂ ਜੀ। ਉਹਨੇ ਰਾਬਿਆਂ ਨੂੰ ਪੁੱਛਿਆ, ਰਾਬਿਆਂ ਮੇਰੇ ਆਇਆ ਇਹ ਜਾਨਵਰ ਕਿਉਂ ਚਲੇ ਗਏ ਆ। ਕਹਿਣ ਲੱਗੀ ਤੇਰੇ ਅੰਦਰ ਦੀ ਭਾਵਨਾ ਸ਼ੁੱਧ ਨਹੀਂ ਸੀ, ਜਾਨਵਰਾਂ ਨੂੰ ਤੇਰੇ ਤੋਂ ਖਤਰਾ ਮਹਿਸੂਸ ਹੋਇਆ, ਉਹ ਤਾਂ ਚਲੇ ਗਏ ਆ। ਮੈਂ ਵੀ ਬੈਠੀ ਸਾਂ, ਮੇਰੇ ਤੋਂ ਉਹਨਾਂ ਨੂੰ ਖਤਰਾ ਨਹੀਂ ਸੀ ਮਹਿਸੂਸ ਹੋਇਆ। ਪਤਾ ਲੱਗ ਜਾਂਦਾ ਹੈ ਜੀ। ਬਾਬਾ ਬਿਧੀ ਚੰਦ ਜੀ ਮੁੱਖੋਂ ਨਹੀਂ ਬੋਲਦੇ, ਮਨ ਦੇ ਭਾਵ ਦੇ ਨਾਲ ਹੀ ਨਾ ਘੋੜਿਆਂ ਉੱਤੇ ਹੱਥ ਫੇਰਦੇ ਤੇ ਦਿਲਾਸਾ ਦਿੰਦੇ, ਮਨ ਵਿੱਚ ਹੀ ਤੁਹਾਨੂੰ ਤੁਹਾਡੇ ਮਾਲਕ ਕੋ ਪਹੁੰਚਾ ਦੇਵਾਂਗੇ। ਤੇ ਘੋੜੇ ਜਿਹੜੇ ਆ ਰੁੱਖ ਕਰ ਫੁਰਕਤ ਭਾਤ ਇਸ ਬੇਰਾ, ਉਹ ਵੀ ਬਾਬਾ ਬਿਧੀ ਚੰਦ ਜੀ ਨੂੰ ਵੇਖ ਕੇ ਤੇ ਫੁੰਕਾਰੇ ਮਾਰਦੇ ਆ, ਫੁਰਕਾਰਾ ਮਾਰਦੇ ਆ। ਜਾਨ ਸ਼ਕੁਨ ਸ਼ੁਭ ਪੁਨ ਕਰ ਨਮੋ। ਤੇ ਘੋੜੇ ਦੇ ਪਿਆਰ ਨੂੰ ਵੇਖ ਕੇ ਬਾਬਾ ਬਿਧੀ ਚੰਦ ਫਿਰ ਘੋੜਿਆਂ ਨੂੰ ਮੱਥਾ ਟੇਕਦੇ ਜੀ ਤੇ ਕਹਿੰਦੇ ਆ ਮੇਰੇ ਸੱਚੇ ਪਾਤਸ਼ਾਹ ਦੇ ਘੋੜੇ ਨੇ। ਮੋਲ ਦਰੋਗੇ ਦੀਏ ਤੇ ਸਮੋ। ਕੱਲ ਦੀ ਤਰ੍ਹਾਂ ਦਰੋਗੇ ਨੇ ਅੱਜ ਫਿਰ 1 ਰੁਪਈਆ ਚਾਂਦੀ ਦਾ ਦਿੱਤਾ ਜੀ, 1 ਸਿੱਕਾ ਦਿੱਤਾ ਜੀ, ਘਾਹ ਦਾ ਮੁੱਲ ਦਿੱਤਾ। ਆਨ ਬਾਜ਼ਾਰ ਟਕੇ ਤਬਲੀਨ। ਪਰ ਬਾਬਾ ਬਿਧੀ ਚੰਦ ਜੀ ਨੇ ਉਸ ਕਮਾਈ ਦਾ ਖਾਧਾ ਕੁਝ ਨਹੀਂ ਜੀ, ਛਕਿਆ ਨਹੀਂ। ਬਾਜ਼ਾਰ ਵਿੱਚ ਆਏ, ਉਸ ਮੋਹਰ ਨੂੰ ਤੜਾਇਆ ਹੈ। ਹੇਤ ਪਰਾਇਤ ਰੰਕਨ ਦੀਨ। ਤੇ ਸਾਧ ਸੰਗਤ ਜੀ ਉਹਦੇ ਟਕੇ ਲਏ ਤੇ ਖਰਾਇਤ ਵੰਡਣ ਵਾਸਤੇ, ਗਰੀਬਾਂ ਨੂੰ ਦਾਨ ਦੇਣ ਵਾਸਤੇ ਉਹਨੂੰ ਤੜਾਇਆ ਤੇ ਗਰੀਬਾਂ ਨੂੰ ਵੰਡ ਦਿੱਤੇ ਜੀ। ਇਹ ਕਿਉਂ? ਨਹੀਂ ਤੁਰਕ ਘਰ ਕੋ ਕੁਛ ਖਾਉ। ਗੱਜ ਕੇ ਆਖੋ ਵਾਹਿਗੁਰੂ। ਬਾਬਾ ਬਿਧੀ ਚੰਦ ਜੀ ਦਾ ਫੁਰਨਾ ਵੇਖੋ, ਕਿੱਡੀ ਮਹਾਨ ਸੋਚ ਹੈ ਜੀ। ਪਿਆਰ ਨਾਲ ਕਹੋ ਧੰਨ ਬਾਬਾ ਬਿਧੀ ਚੰਦ ਜੀ। ਧੰਨ ਬਾਬਾ ਬਿਧੀ ਚੰਦ ਜੀ। ਬਾਬਾ ਬਿਧੀ ਚੰਦ ਜੀ ਕਹਿੰਦੇ ਵੀ ਮੈਂ ਇਸ ਤੁਰਕ ਦੇ ਘਰ ਦਾ ਖਾਣਾ ਨਹੀਂ ਕੁਛ, ਉਹਦੇ ਪੈਸੇ ਲੈ ਕੇ ਖਾਵਾਂਗਾ। ਹਾਂਜੀ, ਲੂਣ ਹਰਾਮੀ ਖਾਏ ਕਹਾਉ। ਤੇ ਫਿਰ ਕੱਲ ਨੂੰ ਮੈਂ ਘੋੜੇ ਲੈ ਕੇ ਜਾਣੇ ਤੇ ਫਿਰ ਤੇ ਲੂਣ ਹਰਾਮੀ ਕਹਿਣਗੇ ਨਾ ਮੈਨੂੰ। ਜੇ ਮੈਂ ਸ਼ਾਹਜਹਾਂ ਦੇ ਪੈਸਿਆਂ ਦਾ ਕੁਝ ਖਾਧਾ ਤੇ ਸਮਝੋ ਉਹਦਾ ਲੂਣ ਖਾ ਲਿਆ, ਤੇ ਜਿਹਦਾ ਲੂਣ ਖਾਈਏ ਉਹਦੇ ਨਾਲ ਹਰਾਮ ਨਹੀਂ ਕਰੀਦਾ, ਬਾਣੀ ਵੀ ਕਹਿੰਦੀ ਹੈ ਜੀ। ਇਹ ਤਾਂ ਲੂਣ ਹਰਾਮੀ ਹੋ ਜਾਏਗੀ। ਲੋਕ ਮੈਨੂੰ ਗੁਰੂ ਦਾ ਸਿੱਖ ਨਹੀਂ, ਮੈਨੂੰ ਲੂਣ ਹਰਾਮੀ ਕਹਿਣਗੇ। ਹਾਂਜੀ,
ਮੈਂ ਗੁਰ ਹੇਤ ਲਿਜਾਨੋ ਘੋਰਾ। ਬਾਬਾ ਬਿਧੀ ਚੰਦ ਮਨ ਵਿੱਚ ਸੋਚਦੇ ਵੀ ਮੈਂ ਤੇ ਘੋੜੇ ਮਹਾਰਾਜ ਤੱਕ ਲੈ ਕੇ ਜਾਣੇ ਆ। ਅਚਾਉ ਨਾ ਬਦਨ ਸ਼ਾਹ ਕੋ ਥੋਰਾ। ਇਸ ਕਰਕੇ ਥੋੜਾ ਜਿਹਾ ਵੀ ਬਾਦਸ਼ਾਹ ਦੀ ਮਾਇਆ ਦਾ ਛਕਣਾ ਨਹੀਂ ਮੈਂ ਕੁਝ। ਚੇਤਾ ਰੱਖਿਓ, ਕੰਮ ਵੀ ਕਰਨਾ ਹੈ ਤੇ ਸੱਚੇ ਸੁੱਚੇ ਵੀ ਰਹਿਣਾ ਹੈ ਜੀ। ਹਾਂਜੀ। ਤਨਕ ਪਾਪ ਭੀ ਜੋ ਕ੍ਰਿਤ ਮਾਹੀ। ਹਾਂਜੀ। ਸੁਮਤ ਵਿਚਾਰਤ ਕਰੈ ਸੋ ਨਾਹੀ। ਜੇ ਕਿਤੇ ਮੇਰੇ ਕੰਮ ਵਿੱਚ ਥੋੜਾ ਜਿਹਾ ਵੀ ਪਾਪ ਹੋ ਗਿਆ ਤੇ ਲੋਕ ਮੈਨੂੰ ਸਿਆਣਾ ਨਹੀਂ ਕਹਿਣਗੇ। ਹਾਂਜੀ। ਕਰ ਹੰਕਾਰ ਸ਼ਾਹ ਬੜ ਜ਼ੋਰਾ। ਤੇ ਆ ਜਿਹੜੀ ਮਾਇਆ ਬਾਦਸ਼ਾਹ ਮੈਨੂੰ ਦਿੰਦਾ ਹੈ, ਉਹਦਾ ਦਰੋਗਾ ਦਿੰਦਾ ਹੈ। ਬਾਬਾ ਬਿਧੀ ਚੰਦ ਜੀ ਆਪਣੇ ਮਨ 'ਚ ਸੋਚਦੇ ਆ, ਹੈ ਤਾਂ ਪਾਪ ਦੀ ਹੈ ਨਾ। ਕਰ ਹੰਕਾਰ ਸ਼ਾਹੋ ਬੜ ਜ਼ੋਰਾ। ਬਾਦਸ਼ਾਹ ਨੇ ਹੰਕਾਰ ਕੀਤਾ, ਲੋਕਾਂ ਤੇ ਜ਼ੋਰ ਜ਼ਬਰਦਸਤੀ ਕੀਤੀ, ਤਾਂ ਹੀ ਟੈਕਸ ਇਕੱਠਾ ਕੀਤਾ ਨਾ ਜੀ। ਤੇ ਬਾਕੀ ਦੂਜਾ ਕੰਮ, ਬਾਦਸ਼ਾਹ ਨੇ ਬੜਾ ਜ਼ੋਰ ਲਾਇਆ ਹੰਕਾਰ ਦੇ ਨਾਲ। ਸ਼ੀਨਿਓ ਪ੍ਰਥਮ ਗੁਰੂ ਕੋ ਘੋਰਾ। ਸਤਿਗੁਰੂ ਦੇ ਘੋੜੇ ਸਤਿਗੁਰੂ ਤੱਕ ਪਹੁੰਚਣ ਤੋਂ ਪਹਿਲਾਂ ਹੀ ਸਿੱਖਾਂ ਕੋਲੋਂ ਖੋਲੇ ਜੀ। ਹਾਂਜੀ। ਮੈਂ ਬੁੱਧ ਬਲ ਕਰ ਪਲਟਾ ਲੈ ਹਾਂ। ਤੇ ਮੈਂ ਆਪਣੀ ਬੁੱਧੀ ਦੇ ਬਲ ਦੇ ਨਾਲ ਇਸ ਗੱਲ ਦਾ ਬਦਲਾ ਲਵਾਂਗਾ। ਹਾਂਜੀ। ਮਹਾ ਤੁਰੰਗ ਜਾਏ ਕਰ ਦੈ ਹਾਂ। ਇੰਨੇ ਮਹਾਨ ਜਿਹੜੇ ਘੋੜੇ ਆ, ਸੱਚੇ ਪਾਤਸ਼ਾਹ ਦੇ ਘੋੜੇ ਆ, ਉਹ ਸੱਚੇ ਪਾਤਸ਼ਾਹ ਤੱਕ ਪਹੁੰਚਾਵਾਂਗਾ ਜੀ। ਵੇਖੋ, ਜ਼ਿੰਮੇਵਾਰੀ ਵਿਰਲੇ ਬੰਦੇ ਸਮਝਦੇ ਜੀ। ਬਾਬਾ ਬਿਧੀ ਚੰਦ ਜੀ ਬੜੇ ਜ਼ਿੰਮੇਵਾਰ ਪੁਰਸ਼ ਨੇ। ਹਾਂਜੀ। ਰਾਖਨ ਕੋ ਸਮਰੱਥ ਗੁਰ ਪੂਰੇ। ਹਤ ਹੈ ਸ਼ਤਰੂ ਚੜ ਅਸ ਰੂਰੇ। ਆਖੋ ਸ੍ਰੀ ਵਾਹਿਗੁਰੂ। ਤੇ ਬਾਬਾ ਬਿਧੀ ਚੰਦ ਜੀ ਆਪਣੇ ਮਨ 'ਚ ਗੱਲਾਂ ਸੋਚੇ। ਚੇਤਾ ਰੱਖਿਓ, ਸਿੱਖ ਇਹੋ ਜਿਹੀਆਂ ਗੱਲਾਂ ਆਪਣੇ ਮਨ 'ਚ ਸੋਚਦਾ ਹੀ ਰਵੇ ਜੀ। ਕਿਹੜੀਆਂ? ਮੈਨੂੰ ਰੱਖਣ ਵਾਲੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ, ਤੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਸਮਰੱਥ ਨੇ। ਸਮਰੱਥ ਦਾ ਮਤਲਬ ਹੁੰਦਾ ਜਿਹੜਾ ਸਭ ਕੁਝ ਹੀ ਕਰ ਸਕਦਾ ਜੀ। ਹੱਥ ਹੈ ਸ਼ਸਤਰ ਚੜ ਕਰ ਅਸਰੂਰੇ। ਮਹਾਰਾਜ ਇਹੋ ਜਿਹੇ ਘੋੜਿਆਂ ਦੇ ਉੱਤੇ ਚੜ ਕੇ ਫਿਰ ਦੁਸ਼ਟਾਂ ਨੂੰ ਮਾਰਨਗੇ। ਇਤਿਆਦਿਕ ਵਿਚਾਰ ਕਰ ਉਰਮੈ। ਇਸ ਤਰੀਕੇ ਨਾਲ ਬਾਬਾ ਬਿਧੀ ਚੰਦ ਜੀ ਨੇ ਨਾ ਆਪਣੇ ਮਨ ਵਿੱਚ ਵਿਚਾਰ ਕੀਤੀ। ਵੇਖ ਲਓ, ਸਿੱਖ ਦੇ ਮਨ ਦੀ ਵਿਚਾਰ ਕਿੰਨੀ ਪਵਿੱਤਰ ਹੈਗੀ ਹੈ ਜੀ। ਵੀ ਮੈਂ ਉਹਨਾਂ ਦੀ ਮਾਇਆ ਨਹੀਂ ਛਕਣੀ, ਮੈਂ ਜ਼ਿੰਮੇਵਾਰੀ ਆਪਣੀ ਪੂਰੀ ਕਰਾਂਗਾ। ਮੈਨੂੰ ਰੱਖਣ ਵਾਲੇ ਗੁਰੂ ਹਰਗੋਬਿੰਦ ਸਾਹਿਬ ਨੇ। ਇਹੋ ਜਿਹੀਆਂ ਗੱਲਾਂ ਮਨ 'ਚ ਸੋਚਦੇ ਰਿਹਾ ਕਰੋ। ਤੁਰਦਿਆਂ ਫਿਰਦਿਆਂ, ਘਰ ਵਿੱਚ ਬੈਠਿਆਂ, ਪ੍ਰਸ਼ਾਦਾ ਛਕਦਿਆਂ, ਇਹੋ ਜਿਹੀਆਂ ਗੱਲਾਂ ਸੋਚਦੇ ਰਹੋ। ਇਹ ਵੀ ਸਤਸੰਗ ਹੀ ਹੈ। ਹਾਂਜੀ। ਘਰ ਜੀਵਨ ਕੇ ਜਾਏ ਤਿਮਰ ਮੈਂ। ਸੋ ਰਾਤ ਦੇ ਸਮੇਂ ਬਾਬਾ ਬਿਧੀ ਚੰਦ ਜੀ ਜੀਵਨ ਦੇ ਘਰ ਜਾਂਦੇ ਸੀਗੇ, ਅੱਜ ਵੀ ਚਲੇ ਗਏ। ਖਾਨ ਪਾਨ ਕਰ ਨਿਸਾ ਬਿਤਾਵੇ। ਭਾਈ ਜੀਵਨ ਜੀ ਬੜੇ ਪਿਆਰ ਨਾਲ ਬਾਬਾ ਬਿਧੀ ਚੰਦ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਦਾ ਰੂਪ ਸਮਝ ਕੇ ਛਕਣ ਛਕਾਉਣ ਨੂੰ ਦਿੰਦੇ ਆ। ਜਲ ਪਾਣੀ ਛਕਾਉਂਦੇ ਆ, ਪ੍ਰਸ਼ਾਦਾ ਛਕਾਉਂਦੇ ਆ। ਮੇਰੇ ਘਰ ਬਾਬਾ ਬਿਧੀ ਚੰਦ ਨਹੀਂ, ਸਮਝੋ ਗੁਰੂ ਹਰਗੋਬਿੰਦ ਸਾਹਿਬ ਹੀ ਆਏ ਨੇ। ਭਾਈ ਜੀਵਨ ਜੀ ਦੀ ਆਪਣੀ ਸੇਵਾ ਸਫਲੀ ਹੋਈ ਜਾਂਦੀ ਜੀ। ਅਰੜਾਉਂਦੇ ਕੋ ਵਹਿਰ ਸਿਧਾਵੇ। ਸੂਰਜ ਨਿਕਲਦਿਆਂ ਹੀ ਬਾਬਾ ਬਿਧੀ ਚੰਦ ਜੀ ਘਰੋਂ ਬਾਹਰ ਚਲੇ ਜਾਂਦੇ ਜੀ। ਮਤਲਬ ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦੇ ਵੀ ਕਿਹੜੇ ਘਰ ਠਹਿਰੇ ਆ ਜੀ। ਕੱਲ ਨੂੰ ਉਸ ਸਿੱਖ ਤੇ ਵੀ ਫਿਰ ਮੁਸ਼ਕਿਲ ਪੈ ਸਕਦੀ ਸੀ ਨਾ ਜੀ। ਰਾਤ ਹੋਣ ਤੇ ਜਾਂਦੇ ਆ ਤੇ ਸੂਰਜ ਨਿਕਲਣ ਤੇ ਉਹਦੇ ਘਰੋਂ ਆ ਜਾਂਦੇ ਆ ਜੀ। ਹਾਂਜੀ। ਦਿਵਸ ਰਹੇ ਜਬ ਘਟਕਾ ਚਾਰੀ। ਹਾਂਜੀ। ਤ੍ਰਿਣ ਲੈ ਪਹੁੰਚੈ ਪੌਰ ਅਗਾਰੀ। ਤੇ ਜਦੋਂ ਫਿਰ ਦਿਨ 4 ਘੜੀਆਂ ਰਹਿ ਜਾਂਦਾ ਸੀ ਨਾ ਜੀ, ਤੇ ਉਦੋਂ ਫਿਰ ਸਾਧ ਸੰਗਤ ਜੀ ਘਾਹ ਲੈ ਕੇ ਤੇ ਕਿਲੇ ਦੇ ਦਰਵਾਜ਼ੇ ਦੇ ਅੱਗੇ ਪਹੁੰਚ ਜਾਂਦੇ। ਤੇ ਬਾਬਾ ਜੀ ਰੋਜ਼ ਹਰਾ ਹਰਾ ਕੂੜਾ ਕੂੜਾ ਘਾਹ ਜਿਹੜਾ ਨਾ ਜੀ, ਉਹ ਪੰਡ ਬੰਨ੍ਹ ਕੇ ਲੈ ਕੇ ਆਉਂਦੇ ਤੇ ਕਿਲੇ ਦੇ ਦਰਵਾਜ਼ੇ ਦੇ ਅੱਗੇ ਖੋਲ੍ਹ ਦਿੰਦੇ ਤੇ ਐਂ ਝਾੜਨ ਲੱਗ ਪੈਂਦੇ। ਮੱਖੀ ਨਹੀਂ ਬਹਿਣ ਦੇਣੀ, ਬੜਾ ਕੀਮਤੀ ਘਾਹ ਹੈ। ਹਾਂਜੀ। ਪਿੱਖ ਉੱਤਮ ਕੋ ਲੇਤ ਦਰੋਗਾ। ਹਰ ਰੋਜ਼ ਦਰੋਗਾ ਵੇਖਦਾ ਵੀ ਘਾਹ ਵਧੀਆ, ਤੇ ਵਧੀਆ ਘਾਹ ਵੇਖ ਕੇ ਉਹ ਲੈ ਲੈਂਦਾ ਜੀ। ਕਰੈ ਸਰਾਹਨ ਸਗਰੇ ਲੋਗਾ। ਹੁਣ ਕੀ ਹੋਇਆ ਵੀ ਬਾਬਾ ਬਿਧੀ ਚੰਦ ਜੀ ਦੀ ਸਿਫਤਾਂ ਹੋਣ ਲੱਗ ਪਈਆਂ ਜੀ। ਬਾਬਾ ਜੀ ਨੇ ਨਾਮ ਵੀ ਨਹੀਂ ਆਪਣਾ ਕਿਸੇ ਨੂੰ ਦੱਸਿਆ। ਆਖੋ ਵਾਹਿਗੁਰੂ। ਕੋਈ ਨਾਮ ਨਹੀਂ ਦੱਸਿਆ, ਐਡਰੈਸ ਨਹੀਂ ਦੱਸਿਆ ਵੀ ਮੈਂ ਕਿੱਥੋਂ ਦਾ ਹਾਂ।
ਤੇ ਬਾਬਾ ਜੀ ਸਾਧ ਸੰਗਤ ਜੀ ਬਾਹ ਘਾਹ ਦੀਆਂ ਹੀ ਸਿਫਤਾਂ ਕਰਨ ਲੱਗ ਪੈਂਦੇ ਜੀ। ਤੇ ਸਾਰੇ ਫਿਰ ਨਾ ਬਾਬਾ ਬਿਧੀ ਚੰਦ ਜੀ ਦੀਆਂ ਸਿਫਤਾਂ ਕਰਦੇ ਵੀ ਆ ਜਿਹੜਾ ਨਵਾਂ ਘਾਈ ਆਇਆ ਨਾ ਇਹ ਬੜਾ ਸੋਹਣਾ ਘਾਹ ਲੈ ਕੇ ਆਉਂਦਾ, ਕਿਸੇ ਨੂੰ ਕੀ ਪਤਾ ਵੀ ਇਹਨੇ ਘੋੜੇ ਵੀ ਲੈ ਜਾਣੇ ਆ। ਹਾਂਜੀ, ਜਬ ਹੈ ਦਿਵਸ ਖਟ ਸਪਤ ਬਿਤਾਏ। ਹੁਣ ਇਸੇ ਤਰ੍ਹਾਂ 6-7 ਦਿਨ ਹੋ ਗਏ ਸਾਧ ਸੰਗਤ ਜੀ। ਦਰੋਗਾ ਵਿਸ਼ਵਾਸ ਕਰਦਾ ਤੇ ਰੋਜ਼ ਹੀ ਬਾਬਾ ਬਿਧੀ ਚੰਦ ਜੀ ਨੂੰ ਅੰਦਰ ਹੀ ਲੈ ਜਾਂਦਾ ਜੀ, ਕਿਲੇ ਦੇ ਵਿੱਚ ਹੀ ਲੈ ਜਾਂਦਾ ਜੀ, ਘੋੜਿਆਂ ਦੇ ਕੋਲ ਹੀ ਲੈ ਜਾਂਦਾ। ਹਾਏ ਬੋਲ ਹੈ ਪਿਖ ਘਾਸ ਲੈ ਜਾਏ। ਤੇ ਫਿਰ ਜਦੋਂ ਬਾਬਾ ਬਿਧੀ ਚੰਦ ਜੀ ਘਾਹ ਲੈ ਕੇ ਜਾਂਦੇ ਨਾ ਤੇ ਦਿਲਬਾਗ ਤੇ ਗੁਲਬਾਗ ਵੀ ਖੁਸ਼ ਹੋ ਜਾਂਦੇ ਜੀ, ਉਹ ਹਿਣਕਣ ਲੱਗ ਪੈਂਦੇ ਜੀ ਅੱਗੋਂ ਜੀ। ਹਾਂਜੀ, ਦੇਤ ਦਿਲਾਸੋ ਨਿਤ ਕਰ ਫੇਰੈ। ਤੇ ਬਾਬਾ ਬਿਧੀ ਚੰਦ ਜੀ ਰੋਜ਼ ਉਹਨਾਂ ਦੀ ਪਿੱਠਾਂ ਤੇ ਹੱਥ ਫੇਰਦੇ ਜੀ ਤੇ ਆਪਣੇ ਮਨੋਭਾਵ ਦੇ ਨਾਲ ਨਾ ਦਿਲਾਸਾ ਦਿੰਦੇ ਆ ਜੀ, ਅੰਦਰ ਦੀ ਸਹਾਨੂਭੂਤੀ ਵਿਖਾਉਂਦੇ ਆ। ਚੇਤਾ ਰੱਖਿਓ, ਕੋਈ ਜਾਨਵਰ ਹੈ ਜੀ ਸਾਹਮਣੇ ਆਇਆ, ਮੰਨ ਲਓ ਕੁੱਤਾ ਹੀ ਹੈ, ਉਹ ਤੁਹਾਡੇ ਵੱਲ ਆਉਂਦੇ ਆ, ਤੁਸੀਂ ਉਹਨੂੰ ਪਿਆਰ ਨਾਲ ਵੇਖਣ ਲੱਗ ਪਓ, ਉਹਦਾ ਇਰਾਦਾ ਬਦਲ ਜਾਏਗਾ ਜੀ, ਤਤਕਾਲ ਅਸਰ ਪਏਗਾ। ਕਦੀ ਕਦੀ ਹੁੰਦਾ ਜੀ, ਕਈ ਦਫੇ ਕੁੱਤੇ ਹੀ ਬੜੇ ਖੂੰਖਾਰ ਹੁੰਦੇ ਹਨ, ਉਹ ਨਹੀਂ ਮੰਨਦੇ ਕੁਛ ਵੀ ਜੀ, ਕਈ ਇਸ ਤਰ੍ਹਾਂ ਕਰ ਲੈਂਦੇ ਜੀ, ਕੋਮਲ ਮਨਾਂ ਉੱਤੇ ਅਸਰ ਪੈ ਜਾਂਦਾ ਜੀ। ਹਾਂਜੀ, ਉਹ ਅਸਰ ਹੋ ਗਿਆ ਜੀ ਉਹਨਾਂ ਘੋੜਿਆਂ ਦੇ ਉੱਤੇ ਜੀ। ਹਾਂਜੀ, ਦੇਤ ਦਿਲਾਸੋ ਨਿਤ ਕਰ ਫੇਰੈ। ਰੋਜ਼ ਬਾਬਾ ਬਿਧੀ ਚੰਦ ਜੀ ਦਿਲਾਸਾ ਦਿੰਦੇ ਘੋੜਿਆਂ ਨੂੰ, ਹੱਥ ਫੇਰਦੇ ਉਹਨਾਂ ਦੀਆਂ ਪਿੱਠਾਂ ਦੇ ਉੱਤੇ। ਸੌਂਦੇ ਖਾਂ ਹਰਖਤ ਹਿਤ ਹੀਰੈ। ਸੌਂਦੇ ਖਾਂ ਖੁਸ਼ ਹੁੰਦਾ ਜੀ ਵੀ ਵਾਹਵਾ ਘੋੜਿਆਂ ਦਾ ਸੁਭਾਅ ਵੀ ਘਾਈ ਦੇ ਨਾਲ ਰਲ ਗਿਆ ਤੇ ਘਾਈ ਦਾ ਸੁਭਾਅ ਵੀ ਘੋੜਿਆਂ ਦੇ ਨਾਲ ਰਲ ਗਿਆ। ਬੁਝਤ ਨਾਮ ਬਤਾਵੋ ਮੋਹੀ। ਹੁਣ 6-7 ਦਿਨ ਹੋ ਗਏ ਆ ਤੇ 6-7 ਦਿਨਾਂ ਬਾਅਦ ਸੌਂਦੇ ਖਾਂ ਨੇ ਬਾਬਾ ਬਿਧੀ ਚੰਦ ਜੀ ਨੂੰ ਪੁੱਛਿਆ ਵੀ ਆਪਣਾ ਨਾਮ ਹੀ ਦੱਸ ਦੇ, ਤੇਰਾ ਨਾਮ ਕੀ ਹੈ? ਰਹਿ ਕਿ ਨਹੀਂ ਜੇ ਰਾਖੈ ਤੋਹੀ। ਜੇ ਤੈਨੂੰ ਨੌਕਰ ਰੱਖੀਏ ਤੇ ਰਹਿ ਪਏਗਾ ਸਾਡੇ ਕੋਲ, ਤੈਨੂੰ ਨੌਕਰੀ ਤੇ ਹੀ ਪੱਕਾ ਰੱਖ ਲੈਨੇ ਆ। ਬਿਧੀ ਚੰਦ ਤਬ ਸੁਨਤ ਬਖਾਨ। ਬਾਬਾ ਬਿਧੀ ਚੰਦ ਜੀ ਨੇ ਸੋਚਿਆ ਵੀ ਹੁਣ ਨਾਮ ਕੀ ਦੱਸਾਂ, ਆਖੋ ਵਾਹਿਗੁਰੂ। ਸੁਣ ਕੇ ਕਹਿਣ ਲੱਗੇ ਨਾਮ ਕਸੇਰਾ ਕਹੈ ਸੁਜਾਨਾ। ਤੇ ਕਹਿਣ ਲੱਗੇ ਵੀ ਮੈਨੂੰ ਤੇ ਸਿਆਣੇ ਲੋਕ ਕਸੇਰਾ ਕਹਿੰਦੇ ਆ, ਮੇਰਾ ਨਾਮ ਕੀ ਹੈ? ਕਸੇਰਾ। ਪੁਰਮਹਿ ਜਬ ਕੋ ਆਨ ਪਰਵੇਸ਼ਾ। ਤ੍ਰਿਣ ਅਨਾਦ ਮ੍ਰਿਦ ਹਲਤ ਵਿਸ਼ੇਖਾ। ਵੀ ਮੈਂ ਜਦੋਂ ਦਾ ਇਸ ਨਗਰ ਵਿੱਚ ਆਇਆ ਘਾਹ ਹੀ ਲੈ ਕੇ ਆਉਣਾ ਤੇ ਲੋਕ ਮੈਨੂੰ ਵੇਖ ਵੇਖ ਖੁਸ਼ ਹੁੰਦੇ ਆ। ਸਾਚੇ ਪਾਤਸ਼ਾਹ ਹੈ ਜੋਗ। ਪਰ ਮੈਂ ਤਾਂ ਜਦੋਂ ਦਾ ਆਇਆ ਇੱਕੋ ਹੀ ਗੱਲ ਹੈ ਵੀ ਸੱਚੇ ਪਾਤਸ਼ਾਹ ਦੇ ਘੋੜਿਆਂ ਦੀ ਸੇਵਾ ਕਰਨੀ ਹੈ। ਉਹ ਇਹ ਗੱਲ ਸੌਂਦੇ ਖਾਂ ਸੁਣਦਾ ਤਾਂ ਹੋਰ ਤਿੜਦਾ ਵੀ ਸਾਡੇ ਸ਼ਾਹਜਹਾਂ ਨੂੰ ਸੱਚਾ ਪਾਤਸ਼ਾਹ ਕਹਿ ਰਿਹਾ ਹੈ। ਹਾਂਜੀ, ਬਿਰਮਹਿ ਅਪਰ ਹੀਰ ਕਰ ਲੋਗ। ਕਹਿਣ ਲੱਗਾ ਮੈਂ ਤਾਂ ਵਧੀਆ ਘਾਹ ਲੈ ਕੇ ਆਉਣਾ, ਪਰ ਸੌਂਦੇ ਖਾਂ ਜੀ ਕੀ ਦੱਸਾਂ, ਜਦੋਂ ਮੈਂ ਵਧੀਆ ਘਾਹ ਲੈ ਕੇ ਆਉਣਾ ਨਾ ਤੇ ਲੋਕ ਚਾਹੁੰਦੇ ਹੁੰਦੇ ਆਪਣੇ ਘੋੜਿਆਂ ਨੂੰ ਪਾਈਏ। ਹਾਂਜੀ, ਸੁਨਹਿ ਮੋਲ ਤਬ ਕੋਈ ਨਾ ਲੇ। ਪਰ ਮੈਂ ਜਦੋਂ ਮੁੱਲ ਦੱਸਦਾ ਤਾਂ ਫਿਰ ਲੈਂਦਾ ਹੀ ਕੋਈ ਨਹੀਂ ਘਾਹ। ਹੁਣ ਇੱਕ ਘਾਹ ਦੀ ਪੰਡ ਮਗਰੇ ਕੌਣ ਇੱਕ ਚਾਂਦੀ ਦਾ ਸਿੱਕਾ ਦਵੇ ਜੀ ਉਸ ਜ਼ਮਾਨੇ 'ਚ। ਨਿਤ ਪ੍ਰਤ ਆਏ ਤੁਮਹਿ ਕੋ ਦੇਤ। ਇਸ ਕਰਕੇ ਮੇਰਾ ਤੇ ਪੱਕਾ ਹੀ ਕੰਮ ਹੋ ਗਿਆ, ਮੈਂ ਤੇ ਘਾਹ ਦੇਣਾ ਹੀ ਤੁਹਾਨੂੰ ਆ। ਜਾਂ ਤੇ ਚਾਕਰ ਰੱਖੋ ਬਣਾਈ। ਹੁਣ ਅੱਗੋਂ ਮਰਜ਼ੀ ਹੈ, ਮੈਂ ਤਾਂ ਕਹਿਣਾ ਇਸੇ ਕਰਕੇ ਮੈਨੂੰ ਚਲੋ ਨੌਕਰੀ ਤੇ ਹੀ ਰੱਖ ਲਓ, ਆਖੋ ਵਾਹਿਗੁਰੂ। ਉਹ ਅਸਲ 'ਚ ਮਹਾਰਾਜ ਪਿੱਛੋਂ ਕਿਰਪਾ ਕਰ ਰਹੇ ਆ। ਬਾਬਾ ਬਿਧੀ ਚੰਦ ਜੀ ਦਾ ਵਿਸ਼ਵਾਸ ਬਣੀ ਜਾਂਦਾ ਉਹਨਾਂ ਸਾਰਿਆਂ ਦਾ ਬਾਬਾ ਜੀ ਦੇ ਉੱਤੇ। ਨਿਤ ਪ੍ਰਤ ਹੀਰੋ ਸੇਵ ਸਵਾਈ। ਕਹਿਣ ਲੱਗਾ ਮੈਂ ਰੋਜ਼ ਸੇਵਾ ਕਰਾਂਗਾ ਘੋੜਿਆਂ ਦੀ। ਬਾਬਾ ਜੀ ਕਹਿਣ ਲੱਗੇ ਦਰਭ ਲੋਭ ਤੇ ਮੈਂ ਨਹਿ ਕਰਹੂੰ। ਤੇ ਮੈਨੂੰ ਕੋਈ ਤਨਖਾਹ ਦਾ ਲਾਲਚ ਨਹੀਂ ਹੈਗਾ, ਜਿੰਨਾ ਜੀ ਕਰੇਗਾ ਓਨੀ ਤਨਖਾਹ ਦੇ ਦਿਓ। ਅਪਰ ਨਾ ਲਾਲਚ ਮਨ ਮੈਂ ਧਰਹੂੰ। ਮੇਰਾ ਤੇ ਕੋਈ ਹੋਰ ਮਨੋਰਥ ਨਹੀਂ ਹੈਗਾ, ਲਾਲਚ ਨਹੀਂ ਹੈਗਾ, ਬਸ ਮੇਰੀ ਇੱਕੋ ਹੀ ਇੱਛਾ ਹੈਗੀ ਹੈ। ਲਖ ਸਾਚੇ ਪਾਤਸ਼ਾਹ ਤੁਰੰਗ ਸੇਵਾ ਕਰੋ ਪ੍ਰੇਮ ਕੇ ਸੰਗ। ਸੌਂਦੇ ਖਾਂ ਕਹਿੰਦਾ ਵੀ ਛੇਤੀ ਦੱਸ ਤੇਰੀ ਕਿਹੜੀ ਇੱਛਾ ਹੈਗੀ ਹੈ।
ਤੇ ਬਾਬਾ ਜੀ ਕਹਿੰਦੇ ਮੇਰੀ ਇਹੋ ਹੀ ਇੱਛਾ ਵੀ ਮੈਂ ਸੱਚੇ ਪਾਤਸ਼ਾਹ ਦੇ ਘੋੜਿਆਂ ਦੀ ਸੇਵਾ ਕਰਾਂ। ਹੁਣ ਫਿਰ ਸੌਂਦੇ ਖਾਣੇ ਤੇ ਖੁਸ਼ ਹੋਣਾ ਹੀ ਗਾ ਜੀ ਅੱਗੋਂ ਵੀ ਵਾਹ ਵਾਹ ਵਾਹ, ਤੇਰੇ ਵਰਗਾ ਤੇ ਬੰਦਾ ਹੀ ਕੋਈ ਨਹੀਂ ਹੈਗਾ। ਹਾਂਜੀ, ਕਬ ਹੂੰ ਹਾਸਲ ਹੋਏ ਮੁਰਾਦ। ਕਹਿਣ ਲੱਗਾ ਮੈਂ ਤਾਂ ਕਹਿੰਦੇ ਆ ਵੀ ਮੇਰੀ ਇਹ ਮੁਰਾਦ ਕਦੋਂ ਪੂਰੀ ਹੋਏਗੀ। ਬਾਬਾ ਜੀ ਕਹਿਣ ਲੱਗੇ ਟਹਿਲ ਹਾਇਨ ਕੀ ਜਾਏ ਨਾ ਬਾਦ। ਤੇ ਸੱਚੇ ਪਾਤਸ਼ਾਹ ਦੇ ਘੋੜਿਆਂ ਦੀ ਸੇਵਾ ਕਰਨੇ ਆ, ਸੇਵਾ ਵਿਅਰਥ ਥੋੜੀ ਜਾਵੇਗੀ। ਤੇ ਗੱਲ ਤੇ ਸੱਚੀ ਹੈ, ਗੁਰੂ ਹਰਗੋਬਿੰਦ ਸਾਹਿਬ ਦੇ ਕੋਈ ਘੋੜੇ ਦੀ ਵੀ ਸੇਵਾ ਕਰੇ ਤਾਂ ਵਿਅਰਥ ਨਹੀਂ ਜਾਂਦੀ ਜੀ। ਹਾਂਜੀ, ਸੁਨਤ ਦਰੋਗਾ ਹਰਖਤ ਹੋਵਾ। ਦਰੋਗਾ ਸੌਂਦੇ ਖਾਂ ਸੁਣ ਕੇ ਬੜਾ ਹੀ ਖੁਸ਼ ਹੋਇਆ ਜੀ। ਸੇਵ ਹਾਇਨ ਕੀ ਲਾਇਕ ਜੋਵਾ। ਉਹ ਸੋਚਦਾ ਵੀ ਇਹ ਬੰਦਾ ਘੋੜਿਆਂ ਦੀ ਸੇਵਾ ਵਾਸਤੇ ਯੋਗ ਹੈਗਾ। ਵੇਖ ਲਓ ਸੰਗਤ ਜੀ, ਕਈ ਕੰਮ ਐਸੇ ਹੁੰਦੇ ਵੀ ਸਹਿਜੇ ਸਹਿਜੇ ਹੁੰਦੇ ਆ। ਜੇ ਬਾਬਾ ਜੀ ਪਹਿਲੇ ਦਿਨ ਹੀ ਕਾਹਲੀ ਕਰਦੇ ਤਾਂ ਉਦੋਂ ਹੀ ਘੋੜੇ ਖੋਲਦੇ ਤੇ ਗੱਲ ਨਹੀਂ ਬਣਨੀ ਜੀ। 7-8 ਦਿਨ ਬਾਬਾ ਜੀ ਨੇ ਪਹਿਲਾਂ ਭਰੋਸਾ ਜਿੱਤਿਆ ਉਹਨਾਂ ਦਾ ਜੀ। ਰੋਜ਼ ਰਜਤ ਪਣ ਤਬ ਕਰ ਰਾਖਾ। ਹੁਣ ਰੋਜ਼ ਇੱਕ ਚਾਂਦੀ ਦਾ ਸਿੱਕਾ ਮਿਲੇਗਾ ਤੈਨੂੰ, ਇਹ ਨੌਕਰੀ ਤੇ ਰੱਖ ਲਿਆ ਜੀ। ਹਾਂਜੀ, ਕਰਤਾ ਗੀਦ ਫੇਰ ਬਚ ਭਾਖਾ। ਪਰ ਨਾਲ ਹੀ ਨਾ ਹਦਾਇਤਾਂ ਵੀ ਦਿੱਤੀਆਂ ਜੀ। ਜਦੋਂ ਸੌਂਦੇ ਖਾਂ ਨੇ ਨੌਕਰੀ ਤੇ ਰੱਖਿਆ ਨਾ ਤੇ ਬਾਬਾ ਜੀ ਨੂੰ ਹਦਾਇਤਾਂ ਦਿੰਦਿਆਂ ਕਿਹਾ ਕਰਬੇ ਟਹਿਲ ਹਾਇਨ ਕੋ ਜੋਗ। ਤੁਝ ਰਾਖਿਓ ਲਖ ਆਸ਼ੇ ਲੋਗ। ਕਹਿਣ ਲੱਗਾ ਵੀ ਤੈਨੂੰ ਮੈਂ ਚੰਗਾ ਬੰਦਾ ਸਮਝ ਕੇ ਘੋੜਿਆਂ ਦੀ ਸੇਵਾ ਵਾਸਤੇ ਰੱਖਿਆ। ਹਾਂਜੀ, ਖਰੀ ਚਾਕਰੀ ਆਪਣੀ ਲੇਹੋ। ਤੇ ਮਜ਼ਦੂਰੀ ਵੀ ਤੈਨੂੰ ਖਰੀ ਦੇਾਂਗੇ, ਰੋਜ਼ ਇੱਕ ਚਾਂਦੀ ਦਾ ਸਿੱਕਾ। ਸੇਵ ਤੁਰੰਗਨ ਕੀ ਸ਼ੁਭ ਦੇਹੋ। ਹੁਣ ਤੇਰਾ ਵੀ ਫਰਜ਼ ਹੈਗਾ ਵੀ ਘੋੜਿਆਂ ਦੀ ਸੇਵਾ ਚੰਗੀ ਤਰੀਕੇ ਨਾਲ ਕਰਨ ਦਾ। ਹਾਂਜੀ, ਕਹਿ ਵਿਧਿਆ ਕਹਿਬੇ ਮੈਂ ਕਹਾ। ਹਾਂਜੀ, ਦੇਖ ਲਿਓ ਜਬ ਹੋਵਹਿ ਮਹਾ। ਆਖੋ ਵਾਹਿਗੁਰੂ ਗੱਜ ਕੇ। ਵਾਹਿਗੁਰੂ। ਬਾਬਾ ਜੀ ਕਹਿੰਦੇ ਕੋਈ ਨਹੀਂ, ਕਹਿਣਾ ਕੀ ਹੈ, ਜਦੋਂ ਘੋੜਿਆਂ ਦੀ ਸੇਵਾ ਹੋਣੀ ਤੁਹਾਨੂੰ ਪਤਾ ਲੱਗ ਹੀ ਜਾਣਾ। ਇਹ ਸੇਵਾ ਦੂਜੀ ਹੋ ਜਾਣੀ ਹੈ ਨਾ ਜੀ। ਹਾਂਜੀ, ਦੋਵੇਂ ਹੀ ਸੇਵਾ ਹੋਣੀਆਂ ਜੀ। ਵੀ ਉਹਨਾਂ ਨੂੰ ਘਾਹ ਵੀ ਛਕਾਉਣਗੇ, ਨਵਾਉਣ ਧਵਾਉਣਗੇ ਵੀ, ਤੇ ਦੂਜੀ ਸੇਵਾ ਵੀ ਹੋ ਜਾਣੀ ਜੀ। ਹਰਨੀ ਹੋ ਜਾਣੇ ਜੀ ਘੋੜੇ। ਕਹਿੰਦੇ ਜਦੋਂ ਘੋੜਿਆਂ ਦੀ ਮਹਾਨ ਸੇਵਾ ਹੋਏਗੀ ਤੁਸੀਂ ਆਪੇ ਹੀ ਵੇਖ ਲੈਣਾ। ਹਾਂਜੀ, ਭਲੇ ਨਰਨ ਕੋ ਕਹਿਬੋ ਥੋਰਾ। ਹਾਂ, ਜਿਹੜੇ ਸਿਆਣੇ ਲੋਕ ਹੁੰਦੇ ਆ ਨਾ ਉਹਨਾਂ ਨੂੰ ਥੋੜਾ ਆਖੀਦਾ ਕਹਿੰਦੇ। ਹਾਂਜੀ, ਆਪਣੋ ਕਹਿਓ ਨਿਬਾਹਤ ਓਰਾ। ਉਹ ਆਪਣੀ ਗੱਲ ਜਿਹੜੀ ਕਹਿੰਦੇ ਪੂਰੀ ਕਰਦੇ ਆ। ਰਹਿਓ ਹਾਇਨ ਢਿਗ ਸੇਵ ਕਮਾਵਹਿ। ਇਸ ਤਰੀਕੇ ਨਾਲ ਫਿਰ ਬਾਬਾ ਬਿਧੀ ਚੰਦ ਜੀ ਸਾਧ ਸੰਗਤ ਜੀ ਉਹ ਘੋੜਿਆਂ ਦੇ ਲਾਗੇ ਹੀ ਰਹਿਣ ਲੱਗ ਪਏ। ਘੋੜਿਆਂ ਦੀ ਦਿਨ ਰਾਤ ਸੇਵਾ ਕਰਨ ਲੱਗ ਪਏ। ਹਰਿਤ ਦੂਰਬਾ ਮ੍ਰਿਦ ਬਹੁ ਲਿਆਵਹਿ। ਰੋਜ਼ ਹਰਾ ਹਰਾ ਕੂਲਾ ਕੂਲਾ ਘਾਹ ਜਿਹੜਾ ਹੈ ਨਾ ਉਹ ਲਿਆਉਂਦੇ ਤੇ ਆਪਣੇ ਸੱਚੇ ਪਾਤਸ਼ਾਹ ਦੇ ਘੋੜਿਆਂ ਨੂੰ ਛਕਾਉਂਦੇ ਜੀ। ਜਬ ਲੋ ਵਹਿਰ ਰਹਿਤ ਤ੍ਰਿਣ ਆਨਤ। ਪੁਨ ਅਹਰਸਨ ਸੇਵ ਹੈ ਠਾਨਤ। ਬਸ ਅੱਗੇ ਤੇ ਸਿੱਖ ਦੇ ਘਰ ਰਹਿੰਦੇ ਸੀ ਨਾ ਜੀ, ਭਾਈ ਜੀਵਨ ਜੀ ਦੇ ਘਰ। ਹੁਣ ਉਹਨਾਂ ਦੇ ਘਰ ਰਹਿਣਾ ਬੰਦ ਕਰਤਾ ਤੇ ਬਾਬਾ ਬਿਧੀ ਚੰਦ ਜੀ ਕਿਲੇ ਦੇ ਵਿੱਚ ਹੀ ਰਹਿਣ ਲੱਗ ਪਏ ਜੀ। ਕਿਲੇ ਦੇ ਵਿੱਚ ਰਹਿਣ ਲੱਗ ਪਏ। ਦੋਹਰਾ ਰਹਿਓ ਹਾਇਨ ਢਿਗ ਜਬ ਕਹਿਓ। ਪੌਰਦਾਰ ਜੇ ਬ੍ਰਿੰਦ। ਹੁਣ ਬਾਬਾ ਜੀ ਰਹਿਣ ਲੱਗ ਪਏ ਤੇ ਰੋਜ਼ ਹੀ ਪੁੱਛਦੇ ਪਹਿਰੇਦਾਰ ਵੀ ਤੂੰ ਕੌਣ ਹੈ, ਕਿੱਥੇ ਚੱਲਿਆ, ਕਦੋਂ ਵਾਪਸ ਆਏਗਾ। ਬਾਬਾ ਜੀ ਦਰੋਗੇ ਨੂੰ ਕਹਿਣ ਲੱਗੇ ਆਵਤ ਜਾਤ ਨਾ ਹਟਕ ਕੋ ਤੁਮ ਕਹਿ ਦੇਹੋ ਨਿਚਿੰਦ। ਕਿ ਦਰੋਗਾ ਜੀ ਆ ਪਹਿਰੇਦਾਰਾਂ ਨੂੰ ਕਹਿ ਦਿਓ ਮੈਂ ਜਦੋਂ ਮਰਜ਼ੀ ਆਵਾਂ ਤੇ ਜਦੋਂ ਮਰਜ਼ੀ ਜਾਵਾਂ, ਮੈਨੂੰ ਰੋਕਿਆ ਨਾ ਕਰਨਾ। ਇਹ ਵੀ ਜ਼ਰੂਰੀ ਸੀਗਾ ਕੰਮ ਜੀ। ਹਾਂਜੀ, ਚੌਪਈ ਸੰਗ ਦਰੋਗੇ ਕਹਿ ਸਭ ਪੌਰ। ਉਹ ਦਰੋਗੇ ਨੇ ਡਿਉੜੀ ਦੇ ਸਾਰੇ ਸੇਵਾਦਾਰਾਂ ਪਹਿਰੇਦਾਰਿਆਂ ਨੂੰ ਕਹਿ ਦਿੱਤਾ ਕਹਿਵਾਵੋ ਇਹ ਚਾਕਰ ਔਰ। ਕਹਿਣ ਲੱਗਿਆ ਵੀ ਇਹ ਤੁਹਾਡੇ ਵਰਗਾ ਹੀ ਚਾਕਰ ਹੈ। ਪਹਿਰੇਦਾਰਾਂ ਨੂੰ ਆਖਿਆ ਖਾਸ ਸ਼ਾਹੋ ਕੇ ਹਾਇ ਪਰ ਰਹਿਓ। ਇਹ ਖਾਸ ਬਾਦਸ਼ਾਹ ਦੇ ਘੋੜਿਆਂ ਦੀ ਸੇਵਾ ਕਰੇਗਾ। ਨੀਕੇ ਉਚਿਤ ਸੇਵਕੋ ਲਹਿਓ। ਇਹ ਬੜਾ ਵਧੀਆ ਬੰਦਾ ਹੈ, ਬੜੀ ਵਧੀਆ ਸੇਵਾ ਕਰਦਾ ਹੈ। ਆਵਹਿ ਜਾਹੇ ਅਬੇਰ ਸਵੇਰ। ਆਵਹਿ ਜਾਹੇ ਅਬੇਰ ਸਵੇਰ। ਅਬੇਰ ਦਾ ਵਾਲਾ
ਅਬੇਰ ਸਵੇਰ ਦਾ ਮਤਲਬ ਹੁੰਦਾ ਵੇਲੇ ਕੁਵੇਲੇ। ਸੌਂਦੇ ਖਾਂ ਪਹਿਰੇਦਾਰਾਂ ਨੂੰ ਕਹਿੰਦਾ ਵੀ ਇਹ ਜਿਹੜੇ ਮਰਜ਼ੀ ਟਾਈਮ ਆਵੇ, ਵੇਲੇ ਕੁਵੇਲੇ ਜਦੋਂ ਮਰਜ਼ੀ ਆਵੇ, ਨਹਿ ਬਰਜੋ ਇਸ ਕੋ ਕਬ ਹੇਰ। ਨਾ ਤੇ ਇਹਨੂੰ ਬਾਹਰ ਜਾਣ ਲੱਗਿਆਂ ਹੀ ਰੋਕਣਾ ਤੇ ਨਾ ਇਹਨੂੰ ਅੰਦਰ ਆਉਣ ਲੱਗਿਆਂ ਰੋਕਣਾ ਜੀ। ਇਹ ਵੀ ਕੰਮ ਵਧੀਆ ਹੋ ਗਿਆ, ਗੱਜ ਕੇ ਆਖੋ ਵਾਹਿਗੁਰੂ। ਵੀ ਹੁਣ ਬਾਬਾ ਜੀ ਜਦੋਂ ਮਰਜ਼ੀ ਆਉਣ ਤੇ ਜਦੋਂ ਮਰਜ਼ੀ ਜਾਣ, ਕੰਮ ਮਤਲਬ ਪੱਕਾ ਹੋਈ ਜਾ ਰਿਹਾ ਜੀ। ਹਾਂਜੀ, ਪੌਰਨ ਤੇ ਨਿਸ਼ੰਗ ਤਬ ਹੋਵਾ। ਤੇ ਫਿਰ ਬਾਬਾ ਜੀ ਪਹਿਰੇਦਾਰਾਂ ਤੋਂ ਨਿਸੰਗ ਹੋ ਗਏ ਜੀ। ਕੋਈ ਮਨ ਵਿੱਚ ਹੁਣ ਫਿਕਰ ਨਹੀਂ ਰਿਹਾ ਵੀ ਮੈਨੂੰ ਕੋਈ ਰੋਕੇਗਾ। ਮਨ ਹੋ ਮਾਤ ਬਾਰ ਘਰ ਕੋ ਜੋਵਾ। ਹਾਂ ਬਾਬਾ ਜੀ ਤੇ ਐ ਬਣ ਗਏ ਜਿਵੇਂ ਘਰ ਦੇ ਹੀ ਮੈਂਬਰ ਹੋਣ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਥੋੜੇ ਦਿਨਾਂ 'ਚ ਹੀ ਇਉਂ ਬਣ ਗਏ ਜਿਵੇਂ ਘਰ ਦੇ ਮੈਂਬਰ ਹੋਣ। ਲਾਗਿਓ ਨਿਸ ਦਿਨ ਸੇਵਾ ਮਾਹੇ। ਪਰ ਇੱਕ ਗੱਲ ਪੱਕੀ ਹੈ, ਬਾਬਾ ਬਿਧੀ ਚੰਦ ਸਾਹਿਬ ਜੀ ਸਤਿਗੁਰਾਂ ਦੇ ਘੋੜਿਆਂ ਦੀ ਸੇਵਾ ਬੜੇ ਪਿਆਰ ਨਾਲ ਕਰਦੇ ਜੀ। ਹਾਇਨ ਪਾਸ ਕੋ ਸ਼ੋਰਹ ਨਾਹੇ। ਤੇ ਬਹੁਤਾ ਸਮਾਂ ਘੋੜਿਆਂ ਦੇ ਲਾਗੇ ਹੀ ਰਹਿੰਦੇ ਹਨ। ਜੇਤਿਕ ਸੇਵਕ ਸੇਵਾ ਧਰੈ। ਹੋਰ ਵੀ ਘੋੜਿਆਂ ਦੀ ਸੇਵਾ ਕਰਨ ਵਾਲੇ ਲਿੱਦ ਚੁੱਕਣ ਵਾਲੇ ਆ, ਉੱਥੇ ਥਾਂ ਸਾਫ਼ ਕਰਨ ਵਾਲੇ ਆ। ਸਭ ਕੇ ਥਾਉ ਆਪ ਹੀ ਕਰੈ। ਤੇ ਹੌਲੀ ਹੌਲੀ ਬਾਬਾ ਜੀ ਨੇ ਵਿਸ਼ਵਾਸ ਪਾ ਕੇ ਸਭ ਦੀ ਛੁੱਟੀ ਕਰਾ ਦਿੱਤੀ ਜੀ। ਆਖੋ ਵਾਹਿਗੁਰੂ। ਤੇ ਆਪ ਉਥੋਂ ਦਾ ਸਾਰੀ ਸੇਵਾ ਦਾ ਪ੍ਰਬੰਧ ਲੈ ਲਿਆ ਜੀ। ਹਾਂਜੀ, ਸਭ ਕੋ ਸੁਖ ਹੋਇਓ ਹਰ ਖਾਵੈ। ਉਹ ਸਾਰੇ ਨੌਕਰ ਵੇਖ ਕੇ ਵੀ ਖੁਸ਼ ਹੋ ਗਏ ਵੀ ਆ ਵਧੀਆ ਕਸੇਰੇ ਨੇ ਹੀ ਸਾਰੀ ਸੇਵਾ ਸਾਂਭ ਲਈ ਹੈ। ਭਲੋ ਪੁਰਖ ਇਹ ਕਹੈ ਸੁਨਾਵੈ। ਤੇ ਕਹਿੰਦੇ ਵੀ ਬੜਾ ਚੰਗਾ ਬੰਦਾ ਹੈਗਾ ਕਸੇਰਾ, ਹੈ ਕਿੱਡੇ ਪਿਆਰ ਨਾਲ ਸੇਵਾ ਕਰਦਾ। ਇਹ ਤੇ ਜਦੋਂ ਸੇਵਾ ਹੋਊ ਉਦੋਂ ਹੀ ਪਤਾ ਲੱਗੂਗਾ ਜੀ। ਹਾਂਜੀ, ਖਰੋ ਖਰਖਰਾ ਖਰੋ ਕਰੰਤਾ। ਹਾਂ ਕਹਿੰਦੇ ਖਰੋ ਖਰਖਰਾ ਖਰੋ ਕਰੰਤਾ। ਆਖੋ ਵਾਹਿਗੁਰੂ। ਵਾਹਿਗੁਰੂ। ਵੀ ਖੜਾ ਹੋ ਕੇ ਘੋੜਿਆਂ ਦੀ ਪਿੱਠ ਨੂੰ ਐ ਚੰਗੀ ਤਰ੍ਹਾਂ ਖਰਖਰਾ ਕਰਦੇ ਐ। ਹਾਂਜੀ, ਲੈ ਗਾਦੀ ਪਰ ਹੱਥ ਫਿਰੰਤਾ। ਫਿਰ ਗੱਦੀ ਹੱਥ ਵਿੱਚ ਲੈ ਕੇ ਘੋੜਿਆਂ ਦੇ ਸਰੀਰ ਤੇ ਵੀ ਫੇਰਦੇ ਆ। ਹਾਂਜੀ, ਬਦਨ ਨਾਸਕਾ ਪਹੁੰਚਤ ਆਛੇ। ਘੋੜਿਆਂ ਦਾ ਮੂੰਹ ਵੀ ਪੂੰਝਦੇ ਬਾਬਾ ਜੀ। ਹਾਂਜੀ, ਘੋੜਿਆਂ ਦੀਆਂ ਨਾਸਾਂ ਨੂੰ ਵੀ ਬੜੀ ਚੰਗੀ ਤਰ੍ਹਾਂ ਨਾਲ ਪੂੰਝਦੇ ਬਾਬਾ ਜੀ। ਹਾਂਜੀ, ਸੁੰਬ ਉਠਾਏ ਅਗਰ ਅਰ ਪਾਛੇ। ਤੇ ਅਗਲੇ ਪਿਛਲੇ ਸੁੰਮਾਂ ਨੂੰ ਚੁੱਕ ਕੇ ਸਾਫ਼ ਕਰਦੇ, ਪੌੜਾਂ ਨੂੰ ਚੁੱਕ ਕੇ ਨਾ ਜਿਹੜੇ ਉੱਪਰ ਸੁੰਮ ਹੁੰਦੇ ਆ ਉਹ ਐ ਸਾਫ਼ ਕਰਦੇ ਐ, ਸੁੰਮ ਵੀ ਸਾਫ਼ ਰੱਖਦੇ ਬਾਬਾ ਜੀ। ਮਸਤਕ ਕਰਨ ਜਾਤ ਦ੍ਰਿਗ ਗਰੀਵਾ। ਫਿਰ ਐ ਘੋੜਿਆਂ ਦਾ ਮੱਥਾ ਸਾਫ਼ ਰੱਖਦੇ, ਉਹਨਾਂ ਦੀਆਂ ਧੌਣਾਂ ਸਾਫ਼ ਕਰਦੇ। ਪਹੁੰਚਤ ਉਦਰ ਹੋਏ ਬਹੁ ਨੀਵਾ। ਫਿਰ ਨੀਵੇਂ ਹੋ ਕੇ ਹੇਠਾਂ ਨੂੰ ਹੋ ਕੇ ਨਾ ਉਹਨਾਂ ਘੋੜਿਆਂ ਦੇ ਢਿੱਡ ਵੀ ਸਾਫ਼ ਕਰਦੇ ਸੀ। ਤੇ ਪਤਾ ਕੀ ਕਹਿੰਦੇ ਆ? ਇਹ ਕਹਿੰਦੇ ਮੇਰੇ ਸੱਚੇ ਪਾਤਸ਼ਾਹ ਦੇ ਘੋੜੇ ਨੇ, ਮੇਰੇ ਸੱਚੇ ਪਾਤਸ਼ਾਹ ਦੇ ਘੋੜੇ ਨੇ। ਸਾਰੇ ਕਹਿਣ ਵੀ ਇਹ ਆਪਣੇ ਪ੍ਰੇਮ 'ਚ ਲੱਗਾ। ਹਾਂਜੀ, ਆਯੁਤ ਛਾਤੀ ਪੀਠ ਬਡੇਰੀ। ਹਾਂ ਘੋੜਿਆਂ ਦੀ ਛਾਤੀ ਚੌੜੀ ਸੀਗੀ ਜੀ, ਪਿੱਠ ਵੀ ਵੱਡੀ ਸੀਗੀ। ਫੇਰਤ ਕਰ ਦੇ ਜੋਰ ਹਥੇਰੀ। ਉਹਨਾਂ ਦੇ ਵੀ ਐ ਹੱਥ ਫੇਰ ਫੇਰ ਕੇ ਸਾਫ਼ ਕਰਨਾ, ਬਿਲਕੁਲ ਸਾਫ਼ ਸੁਥਰੇ ਘੋੜੇ ਸਵੇਰੇ ਸ਼ਾਮ ਕਰਨੇ। ਪੁੰਠੇ ਵੱਡੇ ਪੁੰਛ ਸਟਕਾਰੀ। ਗੱਜ ਕੇ ਆਖੋ, ਅੱਗੇ ਪੜ੍ਹ ਦੋ। ਬਾਰ 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 ਕਰ ਧਾਏ ਸੁਧਾਰੀ। ਘੋੜਿਆਂ ਦੀ ਵੱਡੀ ਪੁੱਠ ਅਤੇ ਲਮਕਦੀ ਪੂਛ ਨੂੰ ਹੱਥ ਫੇਰ ਫੇਰ ਕੇ ਚੰਗੀ ਤਰ੍ਹਾਂ ਸਾਫ਼ ਕਰਨਾ ਜੀ। ਇਹ ਤੇ ਸੰਗਤ ਜੀ ਜਿਹੜੇ ਘੋੜਿਆਂ ਨੂੰ ਨਵਾਉਂਦੇ ਧਵਾਉਂਦੇ ਉਹਨਾਂ ਨੂੰ ਹੀ ਪਤਾ ਜੀ ਸਾਰੀ ਗੱਲ ਦਾ ਜੀ। ਹਾਂਜੀ, ਦਸਕ ਕਾਲ ਕੀ ਸੇਵ ਵਿਸਾਲਾ। ਕਮਾਲ ਦੀ ਗੱਲ ਏ ਵੀ 10 ਬੰਦਿਆਂ ਦਾ ਜਿਹੜਾ ਕੰਮ ਸੀ ਨਾ ਉਹ ਬਾਬਾ ਜੀ ਇਕੱਲਿਆਂ ਹੀ ਕਰਦੇ ਹੁੰਦੇ ਸੀਗੇ ਜੀ। ਇਸ ਕੰਮ ਲਈ ਬਾਦਸ਼ਾਹ ਨੇ 10 ਬੰਦੇ ਰੱਖੇ ਸੀ, ਪਰ ਇਕੱਲਿਆਂ ਹੀ ਕੰਮ ਕਰਦੇ। ਸੰਭਾਰੀ ਠਾਨਤ ਸਭ ਕਾਲਾ। ਤੇ 10 ਤੇ ਵੈਸੇ ਬਾਬਾ ਜੀ ਭਾਰੂ ਹੈਗੇ ਪਹਿਲਾਂ ਹੀ ਦੀ। ਹਾਂਜੀ, ਤੇ 10 ਦਾ ਕੰਮ ਵੀ ਕਰਨ ਲੱਗ ਪਏ ਜੀ। ਚੰਗੀ ਤਰ੍ਹਾਂ ਸੇਵਾ ਸਾਂਭ ਲਈ। ਸਭਨ ਭਇਓ ਸੁਖ ਕਰੈ ਸਰਾਹੂ। ਸਾਰਿਆਂ ਨੂੰ ਸੁੱਖ ਬਣ ਗਿਆ। ਉਹ ਤੇ ਬਾਬਾ ਬਿਧੀ ਚੰਦ ਜੀ ਦੀਆਂ ਬੜੀਆਂ ਸਿਫਤਾਂ ਕਰਨ ਲੱਗੇ। ਇਹੋ ਆਛੋ ਆਇਓ ਹਮ ਮਾਹੂ। ਕਹਿੰਦੇ ਆ ਬੜਾ ਚੰਗਾ ਬੰਦਾ ਆਇਆ ਹੀ ਸਾਡੇ ਵਿੱਚ, ਕੱਲਾ ਹੀ ਸਾਰੇ ਕੰਮ ਕਰੀ ਜਾਂਦਾ,
ਸਾਨੂੰ ਲੋੜ ਹੀ ਨਹੀਂ ਪੈਂਦੀ ਕਿਸੇ ਗੱਲ ਦੀ। ਦ્વੈ ਤੀਨਕ ਦਿਨ ਕਰਤ ਨਿਹਾਰਾ, ਹਾਂ। ਸੌਂਦੇ ਖਾਨ ਪ੍ਰਸੰਨ ਉਚਾਰਾ। ਤੇ ਜਦ 2-3 ਦਿਨ ਬਾਬਾ ਜੀ ਨੂੰ ਇੰਜ ਸੇਵਾ ਕਰਦਿਆਂ ਹੋ ਗਏ ਨਾ ਜੀ, ਤੇ ਸੌਂਦੇ ਖਾਂ ਵੀ ਬੜਾ ਖੁਸ਼ ਹੋਇਆ ਦਰੋਗਾ। ਉਹਨੇ ਫਿਰ ਖੁਸ਼ ਹੋ ਕੇ ਕਿਹਾ, ਕਵੀ ਕਾ ਦੇਨ ਉਤਾਰਨ ਧਰਨ, ਰਹਿ ਕਸੇਰੇ ਕੇ ਅਬ ਕਰਨ। ਕਹਿਣ ਲੱਗਾ ਵੀ ਘੋੜਿਆਂ ਨੂੰ ਲਗਾਮ ਦੇਣੀ, ਫਿਰ ਲਗਾਮ ਲਾਉਣੀ, ਇਹ ਜਿਹੜਾ ਕੰਮ ਹੈ ਇਹ ਵੀ ਅੱਜ ਤੋਂ ਕਸੇਰੇ ਦਾ ਹੀ ਹੈ। ਹਾਂਜੀ, ਇਸ ਕੇ ਸੰਗ ਕਰੈ ਰੁਖ ਘੋਰੇ। ਕਿਉਂ? ਘੋੜੇ ਇਹਦੇ ਨਾਲ ਪਿਆਰ ਕਰਦੇ ਆ। ਹਾਂਜੀ, ਬਾਸੁਰ ਨਿਸਾ ਨ ਸੇਵੈ ਥੋਰੇ। ਤੇ ਇਹ ਵੀ ਦਿਨ ਰਾਤ ਕੋਈ ਥੋੜੀ ਸੇਵਾ ਥੋੜੀ ਕਰਦਾ, ਬੜੀ ਸੇਵਾ ਕਰਦਾ। ਦੂਬ ਖੁਰਚ ਨੇ ਕਬ ਕਬ ਜਾਵੋ, ਹਾਂਜੀ। ਮਰਦਨ ਪੌਸ਼ਨ ਸੇਵ ਕਮਾਵੋ। ਆਖੋ ਵਾਹਿਗੁਰੂ। ਤੇ ਕਹਿਣ ਲੱਗਾ ਵੀ ਬਾਕੀ ਬੰਦਿਆਂ ਨੂੰ ਕਿਹਾ ਵੀ ਜਦੋਂ ਇਹ ਘਾਹ ਖੋਦਣ ਜਾਵੇ ਤੁਸੀਂ ਉਦੋਂ ਹੀ ਘੋੜਿਆਂ ਲੱਗੇ ਰਹਿਣਾ, ਬਾਕੀ ਸਾਰੇ ਸਮੇਂ ਕਸੇਰਾ ਹੀ ਲੱਗੇ ਰਹੇਗਾ। ਹਾਂਜੀ, ਹਰਖਤ ਉਰਮ ਹੈ ਕਹਿਤ ਕਸੇਰਾ। ਹੁਣ ਬਾਬਾ ਬਿਧੀ ਚੰਦ ਜੀ ਵੀ ਬੜੇ ਖੁਸ਼ ਹੋਏ ਜੀ, ਵੀ ਆ ਤੇ ਛੇਵੇਂ ਪਾਤਸ਼ਾਹ ਰਾਹ ਹੀ ਖੋਲੀ ਜਾਂਦੇ ਆ ਸਾਰੇ। ਉਹ ਖੁਸ਼ ਹੋ ਕੇ ਕਿਹਾ, ਸੁਨਹੁ ਦਰੋਗਾ ਕਹਿਬੋ ਮੇਰਾ। ਉਹ ਕਹਿੰਦੇ ਵੀ ਦਰੋਗਾ ਜੀ ਮੇਰੀ ਗੱਲ ਵੀ ਸੁਣ ਲਓ। ਬਾਬਾ ਜੀ ਅੱਗੋਂ ਕਹਿੰਦੇ, ਸੇਵ ਕਰਨ ਲਗ ਕਾਰਜ ਮੋਹੀ। ਸੇਵਾ ਕਰਨ ਤੱਕ ਤੇ ਮੇਰਾ ਕੰਮ ਹੈ। ਹਾਂਜੀ, ਜਾਉ ਵਹਿਰ ਕਹਿ ਅਸ ਟਿਗ ਹੋਹੀ। ਵੀ ਭਾਵੇਂ ਮੈਂ ਬਾਹਰ ਜਾਵਾਂ ਤੇ ਭਾਵੇਂ ਘੋੜਿਆਂ ਦੇ ਕੋਲ ਹੋਵਾਂ, ਸਾਚੇ ਪਾਤਸ਼ਾਹ ਹੋਸਵੇ। ਮੇਰਾ ਤੇ ਕੰਮ ਸੇਵਾ ਹੀ ਕਰਨਾ। ਮੈਂ ਤੇ ਬਾਹਰ ਵੀ ਸੇਵਾ ਕਰਨ ਹੀ ਜਾਣਾ, ਘਾਹ ਲੈਣ ਹੀ ਜਾਣਾ। ਨਿਜ ਮੁਰਾਦ ਹਾਸਲ ਕਰ ਲੇਵੋ। ਤੇ ਮੇਰੀ ਤੇ ਇਹੋ ਹੀ ਮੁਰਾਦ ਸੀਗੀ ਵੀ ਮੈਂ ਸੱਚੇ ਪਾਤਸ਼ਾਹ ਦੇ ਘੋੜਿਆਂ ਦੀ ਸੇਵਾ ਕਰਨੀ ਹੈ। ਅਪਰ ਕਰਹੁ ਕਹਿ ਨਾਹਿਨ ਕਰਹੁ। ਹਾਂਜੀ, ਬੈਠੋ ਰਹੋ ਕਿ ਉਠੋ ਫਿਰੋ। ਗੱਜ ਕੇ ਆਖੋ। ਤੇ ਭਾਵੇਂ ਕੋਈ ਹੋਰ ਕੰਮ ਕਰਾਂ ਨਾ ਕਰਾਂ, ਬਹਿਵਾਂ ਉੱਠਾਂ ਫਿਰਾਂ। ਹਾਂਜੀ, ਮੈਂ ਤੁਰੰਗ ਕੋ ਤੀਰ ਨਾ ਤਗਿਆ। ਪਰ ਹੁਣ ਮੇਰਾ ਫੁਰਨਾ ਵੀ ਮੈਂ ਘੋੜਿਆਂ ਦਾ ਸੰਗ ਛੱਡਿਆ ਹੀ ਨਾ ਕਰਾਂ, ਆਪੇ ਘਾਹ ਕੋਈ ਹੋਰ ਲੈ ਆਇਆ ਕਰੇਗਾ। ਹਾਂਜੀ, ਇੱਕ ਸੇਵਾ ਕੇ ਤਤਪਰ ਲਾਗੋ। ਬਸ ਹੁਣ ਮੈਨੂੰ ਤੁਸੀਂ ਇਹ ਖੁਸ਼ਾ ਦਿਓ ਵੀ ਮੈਂ ਘੋੜਿਆਂ ਦੇ ਲਾਗੇ ਹੀ ਰਹਿਣਾ। ਸੌਂਦੇ ਆਦਿਕ ਮਾਨਵ ਸਾਰੇ। ਤੇ ਸੌਂਦੇ ਖਾਂ ਨੇ ਸਾਰੇ ਬੰਦੇ ਇਕੱਠੇ ਕੀਤੇ। ਸੁਨਹਿ ਬਾਕ ਅਰ ਸੇਵ ਨਿਹਾਰੇ। ਉਹ ਸਾਰੇ ਬੰਦਿਆਂ ਨੇ ਵੀ ਇਹ ਗੱਲ ਸੁਣ ਲਈ ਬਾਬਾ ਜੀ ਦੀ। ਕਰਿਓ ਭਰੋਸਾ ਸੌਂਪਤ ਸੇਵ। ਭਰੋਸਾ ਕਰਕੇ ਬਾਬਾ ਬਿਧੀ ਚੰਦ ਜੀ ਨੂੰ A to Z ਘੋੜਿਆਂ ਦੀ ਜਿੰਨੀ ਸੇਵਾ ਸੀ ਨਾ ਜੀ, ਉਹ ਸਾਰਿਆਂ ਨੇ ਗੁਰੂ ਜੀ ਦੀ ਮਿਹਰ ਨਾਲ ਸੌਂਪ ਦਿੱਤੀ ਜੀ। ਅੱਗੇ ਸੀਗੀ ਵੀ ਫਿਰ ਵੀ ਹੋਰ ਬੰਦੇ ਕੰਮ ਕਰਦੇ ਸੀ ਵਿੱਚ, ਪਰ ਹੁਣ ਨਹੀਂ ਕੋਈ ਕਰਦਾ। ਮੂਰਖ ਅਪਰ ਨਾ ਜਾਣਹਿ ਭੇਵ। ਭਾਈ ਸੰਤੋਖ ਸਿੰਘ ਕਹਿੰਦੇ ਵੀ ਮੂਰਖ ਵਿਚਲੀ ਗੱਲ ਤੇ ਜਾਣਦੇ ਹੀ ਨਹੀਂ। ਉਹ ਬਾਬਾ ਬਿਧੀ ਚੰਦ ਜੀ ਤੇ ਭਰੋਸਾ ਕਰੀ ਜਾਂਦੇ ਆ। ਮਧੁਰ ਬਚਨ ਸਭ ਕੇ ਸੰਗ ਉਚਰੇ। ਪਰ ਕਰਨ ਵੀ ਕਿਉਂ ਨਾ, ਬਾਬਾ ਜੀ ਬੋਲ ਹੀ ਬੜੇ ਮਿੱਠੇ ਬੋਲਦੇ ਸੀ ਸਾਰਿਆਂ ਨਾਲ। ਹਾਂਜੀ, ਸਕਲ ਬਿਨਾ ਦੀਏ ਸਕਲਨ ਮਨ ਹਿਰੇ। ਬਿਨਾ ਦੀਏ ਸਕਲਨ ਮਨ ਹਰੇ। ਵੀ ਬਿਨਾ ਕੁਝ ਜਾਣੇ ਹੀ ਸਾਰਿਆਂ ਦਾ ਮਨ ਜਿਹੜਾ ਉਹ ਬਾਬਾ ਜੀ ਨੇ ਆਪਣੇ ਵੱਸ 'ਚ ਕਰ ਲਿਆ। ਸਰਬ ਸਰਾਹੈ ਆਛੋ ਆਛੋ। ਸਾਰੇ ਕਹਿੰਦੇ ਜੀ ਠੀਕ ਹੈ, ਠੀਕ ਹੈ, ਬਹੁਤ ਵਧੀਆ, ਸਾਰੀ ਸੇਵਾ ਹੀ ਇਹਨਾਂ ਨੂੰ ਦੇ ਦਿਓ। ਰਹਿਨ ਕਸੇਰੇ ਕੋ ਸ਼ੁਭ ਅਬਾਂਛੋ। ਸਾਰੇ ਕਸੇਰੇ ਤੇ ਖੁਸ਼ ਹੋ ਗਏ ਜੀ। ਉਹ ਕਿਲੇ ਵਾਲੇ ਸਾਰੇ ਹੀ ਖੁਸ਼ ਹੋ ਗਏ ਜੀ। ਹਾਂਜੀ, ਕਵੀ ਕਾ ਦੇਨ ਰੋ ਕਾਜੈ ਕਰਬੇ। ਹਾਂਜੀ, ਕਾਜ ਸੰਭਾਰਤ ਭਾਜਬ ਸਰਬੇ। ਘੋੜਿਆਂ ਨੂੰ ਲਗਾਮ ਦੇਣੀ, ਲਗਾਮ ਉਤਾਰਨੀ, ਸਾਰੇ ਕਾਰਜ ਹੁਣ ਬਾਬਾ ਬਿਧੀ ਚੰਦ ਜੀ ਕਰਦੇ ਹਨ। ਲੇਨ ਦੂਰਬਾ ਬਾਹਰ ਗਇਓ। ਹਾਂਜੀ। ਇੱਕ ਖਿੰਕਰ ਤਬ ਆਨਤ ਭਇਓ। ਆਖੋ ਵਾਹਿਗੁਰੂ। ਤੇ ਫਿਰ ਕਦੀ ਕਦੀ ਘੋੜਿਆਂ ਨੂੰ ਬਾਹਰ ਵੀ ਖੜਨਾ, ਆਪਣੇ ਪਹਿਰੇ 'ਚ ਬਾਬਾ ਜੀ ਨੇ ਖੜਨਾ। ਫਿਰ ਕਹਿਣ ਲੱਗੇ ਨਹੀਂ ਮੈਂ ਘਾਹ ਆਪ ਹੀ ਲੈ ਕੇ ਆਵਾਂਗਾ। ਜਦੋਂ ਘਾਹ ਲੈ ਕੇ ਆਉਣਾ ਨਾ ਤੇ ਵਿੱਚ ਇੱਕ ਪੱਥਰ ਰੱਖ ਲੈਣਾ ਜੀ। ਆਸੇ ਪਾਸੇ ਘਾਹ, ਵਿੱਚ ਪੱਥਰ, ਉੱਤੇ ਫਿਰ ਘਾਹ ਤੋਂ ਉਹਨੂੰ ਬੰਨ ਲਿਆਉਣਾ ਜੀ। ਹਾਂਜੀ, ਦਿਨ ਤ੍ਰਿਣ ਗਨ ਮੈਂ ਰਾਖ ਛਪਾਈ। ਹੁਣ ਲਾਗੇ ਨਹੀਂ ਕੋਈ ਹੁੰਦਾ ਜੀ। ਅੱਗੇ ਬੰਦੇ ਪਹਿਰਾ ਰੱਖਦੇ ਸੀ, ਪਰ ਹੁਣ ਸਾਰਿਆਂ ਨੂੰ ਭਰੋਸਾ ਹੀ ਇੰਨਾ ਹੋ ਗਿਆ।
ਕੋਈ ਲਾਗੇ ਨਹੀਂ ਰਹਿੰਦਾ ਜੀ। ਭਾਈ ਜਾਮਨੀ ਅਰਧ ਲਖਾਈ। ਤੇ ਦਿਨ ਦੇ ਸਮੇਂ ਬਾਬਾ ਜੀ ਨੇ ਨਾ ਉਹ ਵਾਹਿਗੁਰੂ ਉਹ ਪੱਥਰ ਲੁਕਾ ਦੇਣਾ, ਤੇ ਜਦੋਂ ਰਾਤ ਪੈਣੀ ਉਹਨੂੰ ਕੱਢਣਾ। ਕਰ ਬਾਹਨ ਬਲ ਬੇਗ ਲਗਾਇਓ। ਤੇ ਜਦੋਂ ਰਾਤ ਪੈਣੀ ਤੇ ਆਪਣੀਆਂ ਬਾਹਾਂ ਦੇ ਬਲ ਨਾਲ ਉਹਨੂੰ ਕੱਢਣਾ, ਤੇ ਉੱਪਰ ਜਦੋਂ ਸਾਰੇ ਪਤਾ ਵੀ ਸੌਂ ਗਏ ਆ, ਹਾਂਜੀ, ਪਰਿਓ ਨਦੀ ਮਹਿ ਜਲ ਉਛਲਾਇਓ। ਤੇ ਬੜੀ ਜ਼ੋਰ ਦੀ ਨਹਿਰ ਵਿੱਚ ਸੁੱਟ ਦੇਣਾ ਜੀ। ਬਿਲਕੁਲ ਲਾਗੇ ਹੀ ਨਹਿਰ ਸੀਗੀ ਜੀ, ਦਰਿਆ ਵੀ ਦੱਸਦੇ ਜੀ ਕਈ, ਹਾਂਜੀ। ਉਹ ਬਹੁਤ ਜ਼ਿਆਦਾ ਜ਼ੋਰ ਦੀ ਉਹਨੂੰ ਥੱਲੇ ਸੁੱਟਣਾ। ਸ਼ਬਦ ਬਿਲੰਦ ਦੁਰਗ ਮੈਂ ਸੁਣਿਓ। ਤੇ ਉਹ ਵੱਡਾ ਪੱਥਰ ਹੁੰਦਾ ਸੀਗਾ ਜੀ, ਇੱਕਦਮ ਉਹਦੀ ਆਵਾਜ਼ ਆਉਣੀ ਜੀ। ਫਿਰ ਪੜਿਓ ਪੰਕਤੀ। ਸ਼ਬਦ ਬਿਲੰਦ ਦੁਰਗ ਮੈਂ ਸੁਣਿਓ। ਉਹ ਜਦੋਂ ਪੱਥਰ ਸੁੱਟਣਾ ਨਾ ਜੀ, ਤੇ ਉਹ ਫਿਰ ਆਵਾਜ਼ ਆਉਣੀ ਜੀ, ਗੱਜ ਕੇ ਆਖੋ ਵਾਹ। ਉਹਦੀ ਆਵਾਜ਼ ਆਉਣੀ ਜੀ। ਬਾਕੀ ਪਹਿਰੇਦਾਰ ਆਪਣੀਆਂ ਮੌਜਾਂ ਵਿੱਚ ਹੁੰਦੇ ਸੀਗੇ ਜੀ, ਤੇ ਬਾਬਾ ਬਿਧੀ ਚੰਦ ਜੀ ਤੇ ਭਰੋਸਾ ਹੀ ਬੜਾ ਸੀਗਾ ਸਾਰਿਆਂ ਨੂੰ, ਹਾਂਜੀ। ਜਾਗੇ ਸੁਪਤ ਸ਼ੋਰ ਕੋ ਭੰਨਿਓ। ਉਹ ਜਦੋਂ ਪੱਥਰ ਸੁੱਟਿਆ ਆਵਾਜ਼ ਆਈ, ਤੇ ਸਾਧ ਸੰਗਤ ਜੀ ਉਹ ਰੌਲਾ ਪੈ ਗਿਆ ਜੀ। ਇੱਕਦਮ ਵੀ ਸਾਰੇ ਜਾਗ ਪਏ ਵੀ ਕੀ ਹੋਇਆ ਕੀ ਹੋਇਆ। ਪਿਖਤ ਪਾਹਰੂ ਜਾਰ ਮਸਾਲੇ। ਪਹਿਰੇਦਾਰਾਂ ਨੇ ਉਸੇ ਵੇਲੇ ਹੀ ਮਸ਼ਾਲਾਂ ਜਗਾਈਆਂ ਜੀ। ਕੋ ਜਲ ਮਹਿ ਬੜ ਸ਼ਬਦ ਉਠਾਲੇ। ਵੀ ਪਾਣੀ ਵਿੱਚ ਵੱਡਾ ਸ਼ੋਰ ਹੋਇਆ ਹੈ, ਕੀ ਗੱਲ ਹੋ ਗਈ ਹੈ, ਕੋਈ ਡਿੱਗ ਗਿਆ। ਖੋਜ ਰਹੇ ਪਾਇਓ ਕੁਛ ਨਾਹੀ। ਪਰ ਪੱਥਰ ਤੇ ਥੱਲੇ ਵੜ ਗਿਆ, ਨਹੀਂ ਲੱਭਣਾ ਕੀ ਹੈਗਾ ਜੀ। ਆਖੋ ਵਾਹਿਗੁਰੂ ਗੱਜ ਕੇ। ਔਰ ਬਾਬਾ ਜੀ ਵੇਖ ਲਓ ਕਿੱਡੇ ਬਹਾਦਰੀ ਦੇ ਕੰਮ ਰਾਤ ਜਾਗ ਜਾਗ ਕੇ ਕਰਨ ਦੇ, ਤੇ ਆਪਾਂ ਵਾਹਿਗੁਰੂ ਵੀ ਨਹੀਂ ਬੋਲਦੇ ਜੀ। ਗੱਜ ਕੇ ਕਹਿ ਦਿਓ। ਉਹ ਫਿਰ ਬੜਾ ਲੱਭਿਆ, ਉਹਨਾਂ ਲੱਭਿਆ ਹੀ ਕੱਖ ਨਹੀਂ, ਹਾਂਜੀ। ਕਹੈ ਪਾਹਰੂ ਆਪਸ ਮਾਹੀ। ਪਹਿਰੇਦਾਰ ਆਪਸ ਵਿੱਚ ਫਿਰ ਨਾ ਗੱਲਾਂ ਕਰਦੇ ਆ, ਲੱਭ ਕੇ ਥੱਕ ਕੇ। ਕੋ ਜਲ ਜੰਤ ਮਛ ਤੇ ਆਦ। ਵੀ ਕੋਈ ਜਲ ਜੀਵ ਹੋਏਗਾ, ਕੋਈ ਮੱਛ ਕੱਛ ਹੋਏਗਾ। ਨੀਰ ਉਛਾਲ ਉਠਾਇਓ ਨਾਦ। ਉਹ ਪਾਣੀ ਵਿੱਚ ਉਛਲਿਆ ਹੋਏਗਾ ਬੜੀ ਤੇਜ਼ੀ ਨਾਲ, ਤਾਂ ਇੰਨੀ ਆਵਾਜ਼ ਹੋਈ ਹੈ। ਪਰ ਦੂਜੇ ਪਹਿਰੇਦਾਰ ਕਹਿੰਦੇ ਵੀ ਉਛਲਣ ਨਾਲ ਇੰਨੀ ਆਵਾਜ਼ ਨਹੀਂ ਆਉਣੀ ਚਾਹੀਦੀ। ਪਰ ਇੱਕ ਦੂਜੇ ਦੀਆਂ ਗੱਲਾਂ ਸੁਣ ਕੇ ਫਿਰ ਭਰੋਸਾ ਕਰ ਲਿਆ ਜੀ ਸਾਰਿਆਂ। ਸ਼ਾਹਜਹਾਂ ਸਹਿ ਬੇਗਮ ਜਾਗਾ। ਰੌਰਾ ਭਰਿਓ ਸੁਨਨ ਸਭ ਲਾਗਾ। ਕਮਾਲ ਦੀ ਗੱਲ ਇਹ ਹੈ ਵੀ ਸ਼ਾਹਜਹਾਂ ਨੇ ਵੀ ਆਵਾਜ਼ ਸੁਣੀ ਜੀ, ਬੇਗਮ ਨੇ ਵੀ ਆਵਾਜ਼ ਸੁਣੀ ਵੀ ਨਾਗੇ ਹੀ ਨਹਿਰ 'ਚ ਡਿੱਗਿਆ ਕੁਛ ਹੈ। ਬਿਲਕੁਲ ਕਿਲੇ ਦੇ ਨਾਲ ਹੀ, ਉਹ ਕੰਧ ਦੇ ਨਾਲ ਹੀ ਸੀਗੀ ਜੀ, ਹਾਂਜੀ। ਸਰਬ ਦੁਰਗ ਮੈਂ ਹਵੈ ਕਰ ਰੌਰਾ। ਹਾਂਜੀ। ਨੈ ਕੁਛ ਲਖਿਓ ਪਰੈ ਨਿਜ ਠੌਰਾ। ਸਾਰੇ ਕਿਲੇ 'ਚ ਰੌਲਾ ਪੈ ਗਿਆ ਵੀ ਲੱਭੋ, ਪਰ ਹੁਣ ਪੱਥਰ ਨੂੰ ਸੁੱਟੋ ਪਾਣੀ ਵਿੱਚ, ਲੱਭਦਾ ਜੀ ਬਾਅਦ ਚੋਂ। ਡੂੰਗੀ ਥਾਂ ਸੀਗੀ ਜੀ, ਕੁਛ ਨਹੀਂ ਲੱਭਾ ਜੀ। ਕੇਤਕ ਕਹਿਤ ਕਿੰਗੁਰਾ ਚਹਿਓ। ਹਾਂਜੀ। ਕੰਧ ਪੁਰਾਨੀ ਕੇ ਚਿਕਤ ਕਹਿਓ। ਆਖੋ ਵਾਹਿਗੁਰੂ। ਕਈ ਕਹਿਣ ਲੱਗੇ ਜੀ ਕਿਨਾਰੇ ਤੇ ਜਾ ਕੇ ਵੇਖਣਾ ਚਾਹੀਦਾ, ਤੇ ਕਈ ਕਹਿੰਦੇ ਜੀ ਕੰਧ ਪੁਰਾਣੀ ਹੈ, ਕੋਈ ਵਿੱਚੋਂ ਇੱਟ ਨਿਕਲ ਕੇ ਨਾ ਡਿੱਗ ਗਈ ਹੋਵੇ। ਦ્વੈ ਘਟਿਕਾ ਲਗ ਸ਼ੋਰ ਮਚਾਏ। 2 ਘੜੀਆਂ ਤੇ ਰੌਲਾ ਪੈਂਦਾ ਰਿਹਾ ਵੀ ਕੁਝ ਹੋਇਆ ਤੇ ਕੁਝ ਹੋਇਆ ਤੇ, ਹਾਂਜੀ। ਬਿਨ ਜਾਣੇ ਪੁਨ ਸਭ ਸੁਪਤਾਏ। ਪਰ ਪਤਾ ਤੇ ਲੱਗਾ ਹੀ ਕਿਸੇ ਨੂੰ ਨਹੀਂ ਕੁਝ। ਫਿਰ ਸਾਰੇ ਸੌਂ ਗਏ। ਰਹੇ ਪਾਹਰੂ ਬੋਲਤ ਘਨੇ। ਕਈ ਪਹਿਰੇਦਾਰ ਕਾਫੀ ਗੱਲਾਂ ਬਾਤਾਂ ਕਰਦੇ ਰਹੇ। ਸ਼ਾਹਜਹਾਂ ਕੀ ਚੌਂਕੀ ਸੁਨੇ। ਤੇ ਸ਼ਾਹਜਹਾਂ ਦੀ ਚੌਂਕੀ ਦੇ ਬੰਦੇ ਵੀ ਵਿੱਚ ਸ਼ਾਮਲ ਸਨ, ਵੀ ਪਤਾ ਕਰੀਏ ਵੀ ਅੱਜ ਦਰਿਆ ਵਿੱਚ ਕੀ ਡਿੱਗਾ ਹੈ, ਹਾਂਜੀ। ਬਿਧੀ ਚੰਦ ਬਹੁ ਦਾਵ ਵਿਚਾਰੇ। ਪਰ ਬਾਬਾ ਬਿਧੀ ਚੰਦ ਜੀ ਵੀ ਬੜੇ ਦਾ ਜਾਣਦੇ ਹੈਗੇ ਜੀ। ਆਖੋ ਵਾਹਿਗੁਰੂ। ਹਾਂਜੀ। ਨਿਕਸ ਨਾ ਸਕ ਹੈ ਤੁਰੰਗਮ ਦੁਆਰੇ। ਉਹਨਾਂ ਨੇ ਵਿਚਾਰ ਕੀਤੀ ਵੀ ਜੇ ਮੈਂ ਘੋੜੇ ਦਰਵਾਜ਼ੇ ਰਾਹੀਂ ਕੱਢਿਆ ਤੇ ਦਰਵਾਜ਼ੇ ਰਾਹੀਂ ਤੇ ਘੋੜੇ ਨਹੀਂ ਜਾਣ ਦੇਣੇ ਇਹਨਾਂ ਨੇ। ਦੁਰਗ ਕੰਧ ਕੋ ਫੰਦਤ ਜਬੈ। ਵੀ ਇਹ ਤਾਂ ਕਿਲੇ ਦੀ ਕੰਧ ਹੀ ਟਪਾਵਾਂਗਾ, ਹਾਂਜੀ। ਪਰ ਹੈ ਬੀਚ ਰਾਵੀ ਕੇ ਤਬੈ। ਤੇ ਜਦੋਂ ਟੱਪਾਂਗੇ ਕੰਧ ਤੇ ਫਿਰ ਰਾਵੀ ਦੇ ਵਿੱਚ ਜਾਏਗਾ। ਉਹ ਰਾਵੀ ਦਰਿਆ ਹੈਗਾ ਜੀ। ਆਖੋ ਵਾਹਿਗੁਰੂ। ਤੇ ਘੋੜੇ ਨੂੰ ਰਾਵੀ ਦਰਿਆ ਦੇ ਵਿੱਚ ਹੀ ਠੇਲ ਦਿਆਂਗਾ ਹੇਠਾਂ, ਹਾਂਜੀ। ਤਹਾਂ ਸੰਭਾਰ ਚਲਹਿ ਜਬ ਘੋਰਾ। ਉਥੋਂ ਸੰਭਾਲ ਕੇ ਘੋੜਾ ਅੱਗੇ ਲੈ ਜਾਗਾ। ਲੈ ਪਹੁੰਚੋ ਸਤਿਗੁਰ ਕੀ ਓਰਾ। ਤੇ ਉਥੋਂ ਘੋੜਾ ਆਪਣੇ ਸਤਿਗੁਰੂ ਜੀ ਤੱਕ ਲੈ ਜਾਵਾਂਗਾ। ਬਾਬਾ ਜੀ ਨੇ ਇਹ ਪਲਾਨ ਕੀਤਾ ਜੀ ਵੀ ਮੈਂ ਘੋੜਾ ਟਪਾ ਕੇ ਨਾਲ ਛਾਲ ਮਰਵਾਵਾਂਗਾ ਰਾਵੀ 'ਚ,
ਉੱਥੋਂ ਅੱਗੇ ਲੈ ਕੇ ਜਾਵਾਂਗਾ। ਇਸ ਬਿਨ ਅਪਰ ਉਪਾਏ ਨ ਕੋ, ਹੋਰ ਕੋਈ ਰਾਹ ਨਹੀਂ ਸੀਗਾ। ਹਾਂਜੀ, ਵੱਡ ਤਕਰਾਈ ਸਭ ਥਲ ਜੋ, ਕਿਉਂ ਪੈਰਾ ਬਹੁਤ ਸੀਗਾ ਜੀ। ਹੁਣ ਰਾਤ ਨੂੰ ਤੇ ਦਰਵਾਜ਼ਾ ਬੰਦ, ਹਾਂਜੀ, ਰਾਤ ਨੂੰ ਵੀ ਨਹੀਂ ਜਾ ਸਕਦੇ, ਦਿਨੇ ਤਾਂ ਪੁੱਛ ਗਿੱਛ ਹੀ ਬੜੀ ਸੀ। ਔਰ ਉਹਨਾਂ ਘੋੜਿਆਂ ਦਾ ਤੇ ਉਹ ਤੇ ਸ਼ਾਹੀ ਘੋੜੇ ਸੀਗੇ ਜੀ। ਹਾਂਜੀ, ਲਾਖੋਂ ਸੈਨਾ ਅੰਤਰ ਬਾਹਰ, ਜੇ ਸੁਧ ਹੋਏ ਚੜ੍ਹੈ ਸਮ ਆਹਰ। ਬਾਬਾ ਜੀ ਸੋਚਦੇ ਵੀ ਲੱਖਾਂ ਦੀ ਸੈਨਾ ਹੈ ਤੇ ਕਿਲੇ ਦੇ ਅੰਦਰ ਬਾਹਰ ਉਹਨਾਂ ਨੂੰ ਖਬਰ ਪੈ ਗਈ ਤਾਂ ਉਹ ਤੇ ਮਿੰਟ ਵਿੱਚ ਮੇਰਾ ਪਿੱਛਾ ਕਰ ਲੈਣਗੇ। ਹਾਂਜੀ, ਜੇ ਤੁਰੰਗ ਕੀ ਪੀਠ ਰਹਾਉ ਮੈਂ, ਢਿਗ ਢੂਕਨ ਨਹਿ ਦਿਉ ਕਿਸੂ ਮੈਂ। ਹੁਣ ਇਹ ਵੀ ਵਿਚਾਰ ਬਾਬਾ ਜੀ ਕਰਦੇ ਆ ਨਾ ਵੀ ਸਤਿਗੁਰੂ ਦਾ ਘੋੜਾ ਤੇ ਮੈਂ ਬਵਾਂ ਜਾਂ ਨਾ ਬਵਾਂ। ਗੱਜ ਕੇ ਆਖੋ। ਹੁਣ ਬੜੀ ਵਿਚਾਰ ਵਾਲੀ ਗੱਲ ਹੈਗੀ ਸੰਗਤ ਜੀ। ਸਿੱਖ ਸਤਿਗੁਰੂ ਦੀ ਸਵਾਰੀ ਤੇ ਥੋੜੀ ਸਵਾਰੀ ਕਰੇਗਾ। ਪਰ ਕਹਿਣ ਲੱਗੇ ਵੀ ਜੇ ਚਲੋ ਛਾਲ ਮਰਵਾਤੀ ਤੇ ਘੋੜੇ ਨੇ ਤੇ ਮੈਂ ਵੀ ਛਾਲ ਨਾਲ ਹੀ ਮਾਰੀ, ਪਰ ਜੇ ਤੇ ਪੈਦਲ ਹੀ ਤੁਰਦਾ ਰਿਹਾ ਨਾਲ ਨਾਲ ਤਾਂ ਫਿਰ ਤੇ ਫੜਿਆ ਜਾਵਾਂਗਾ, ਤੇ ਜੇ ਮੈਂ ਘੋੜੇ ਦੀ ਪਿੱਠ ਤੇ ਬਹਿ ਜਾਵਾਂ ਫਿਰ ਨਹੀਂ ਮੈਂ ਕਿਸੇ ਦੇ ਹੱਥ ਲੱਗਦਾ। ਹਾਂਜੀ, ਕੰਧ ਆਦ ਤੇ ਹਾਏ ਨਾ ਰੁਕੇ ਹੈ ਜੀ, ਦੁਐ ਕੋ ਮਾਥ ਪਹੁੰਚ ਸਕ ਹੈ ਜੀ। ਹਾਂਜੀ, ਸਤਿਗੁਰ ਹੋਏ ਹੈ ਆਪ ਸਹਾਈ। ਕਹਿਣ ਲੱਗੇ ਇੱਕ ਵਾਰੀ ਕੰਧ ਤੋਂ ਮੈਂ ਘੋੜਾ ਪਾਰ ਕਰਾ ਕੇ ਹੇਠਾਂ ਦਰਿਆ ਵਿੱਚ ਲੈ ਜਾਵਾਂ ਤੇ ਦਰਿਆ ਤੋਂ ਅੱਗੇ ਲੈ ਜਾਵਾਂ, ਅੱਗੇ ਨਹੀਂ ਮੈਨੂੰ ਕੋਈ ਰੋਕਣ ਵਾਲਾ। ਕਿਤੇ ਦੋ ਸਿਰ ਲੱਗੇ ਜਿਹੜਾ ਮੇਰੇ ਸਾਹਮਣੇ ਆਏਗਾ। ਵਿਚਾਰਾਂ ਕਰਦੇ ਬਾਬਾ ਬਿਧੀ ਚੰਦ। ਜੋਧੇ ਆ ਨਾ ਸੂਰਮੇ, ਤੇ ਸੂਰਮਿਆਂ ਨੇ ਫਿਰ ਸੂਰਮਿਆਂ ਵਾਲੀਆਂ ਹੀ ਵਿਚਾਰਾਂ ਕਰਨੀਆਂ। ਤੇ ਬਾਕੀ ਮੁੱਕ ਦੀ ਗੱਲ ਅਖੀਰ ਵਾਲੀ ਪਤਾ ਬਾਬਾ ਜੀ ਕੀ ਕਰਦੇ? ਸਤਿਗੁਰ ਹੋਏ ਹੈ ਆਪ ਸਹਾਈ। ਛੇਵੇਂ ਪਾਤਸ਼ਾਹ ਆਪ ਹੀ ਸਹਾਇਤਾ ਕਰਨਗੇ। ਸੰਸੈ ਕਰਨ ਨਾ ਮੋਹਿ ਬਨ ਆਈ। ਮੈਨੂੰ ਕਾਹਦਾ ਸ਼ੱਕ ਕਰਨਾ ਚਾਹੀਦਾ? ਭੇਜਿਆ ਮਹਾਰਾਜ ਨੇ, ਕਾਰਜ ਮਹਾਰਾਜ ਦਾ ਹੈ, ਮਹਾਰਾਜ ਆਪੇ ਹੀ ਕਿਰਪਾ ਕਰਨਗੇ। ਥੋੜੇ ਦਿਨ ਮਹਿ ਮੈਂ ਢਿੱਗ ਹੋਵਾ। ਜੇ ਥੋੜੇ ਦਿਨਾਂ ਵਿੱਚ ਮੈਂ ਇੰਨੀ ਤਰੱਕੀ ਕਰ ਲਈ ਆ ਇੱਥੇ। ਅੰਤਰ ਬਾਹਰ ਭੇਵ ਸਭ ਜੋਵਾ। ਅੰਦਰ ਬਾਹਰ ਦਾ ਸਾਰਾ ਭੇਦ ਜਾਣ ਲਿਆ ਹੈ। ਆਪ ਹੈ ਬਨਤ ਕਾਜ ਸਭ ਕਾਰਜ। ਇਹ ਸਾਰਾ ਕੰਮ ਆਪੇ ਹੀ ਬਣੀ ਜਾਂਦਾ ਹੈ, ਆਪੇ ਹੀ ਬਣੀ ਜਾਂਦਾ। ਸੰਗਤ ਜੀ, ਜਾਮ ਗੁਰੂ ਹੋਏ ਵੱਲ। ਜਦੋਂ ਸਤਿਗੁਰੂ ਵੱਲ ਹੁੰਦੇ ਆ ਨਾ ਫਿਰ ਸਾਰੇ ਕੰਮ ਆਪੇ ਹੀ ਬਣੀ ਜਾਂਦੇ ਆ ਜੀ। ਹਾਂਜੀ, ਗੁਰੂ ਭਰੋਸਾ ਤਜਹਿ ਨਾ ਆਰਜ। ਇਸ ਕਰਕੇ ਜਿਹੜੇ ਸ੍ਰੇਸ਼ਟ ਪੁਰਸ਼ ਨੇ ਨਾ ਉਹ ਸਤਿਗੁਰੂ ਜੀ ਦਾ ਭਰੋਸਾ ਨਹੀਂ ਛੱਡਦੇ। ਮਨਾ ਤੂੰ ਵੀ ਨਾ ਭਰੋਸਾ ਛੱਡ। ਨਿਤ ਪ੍ਰਤ ਏਵ ਵਿਚਾਰਤ ਦਾਵ। ਹਰ ਰੋਜ਼ ਬਾਬਾ ਬਿਧੀ ਚੰਦ ਜੀ ਇਹ ਦਾ ਵਿਚਾਰਦੇ ਰਹਿੰਦੇ ਆ ਵੀ ਕਿਵੇਂ ਕੰਧ ਟਪਾਉਣੀ ਹੈ, ਦਰਿਆ ਦੇ ਵਿੱਚ ਜਾਣਾ, ਕੰਧ ਬੜੀ ਉੱਚੀ ਹੈ, ਫਿਰ ਦਰਿਆ ਦੇ ਵਿੱਚ ਜਾਣਾ, ਅੱਗੋਂ ਕਿਵੇਂ ਜਾਣਾ, ਇਹ ਗੱਲਾਂ ਸੋਚਦੇ ਰਹਿੰਦੇ ਆ। ਗੁਰ ਢਿਗਲੇ ਪਹੁੰਚੋ ਚਿਤ ਚਾਵ। ਚਾਅ ਬੜਾ ਵੀ ਛੇਤੀ ਤੋਂ ਛੇਤੀ ਮੈਂ ਘੋੜੇ ਮਹਾਰਾਜ ਕੋ ਲੈ ਕੇ ਜਾਵਾਂ। ਇੱਕ ਦਿਨ ਸ਼ਾਹਜਹਾਨ ਚੱਲ ਆਇਓ। ਅੱਗੋਂ ਫਿਰ ਹੋਰ ਸਾਖੀ, ਨਵਾਂ ਪੜਾ ਸਾਖੀ ਦਾ ਤੁਰ ਪੈਣਾ, ਉਹ ਕੱਲ ਨੂੰ ਸੁਣ ਲਾਂਗੇ ਆਪਾਂ ਜੀ। ਹਾਂਜੀ, ਸੱਚੇ ਪਾਤਸ਼ਾਹ ਕਿਰਪਾ ਕਰਨ, ਦਇਆ ਕਰਨ। ਵੇਖੋ ਬਾਬਾ ਬਿਧੀ ਚੰਦ ਜੀ ਧੰਨ ਹੀ ਨੇ ਨਾ। ਉਹਨਾਂ ਦੇ ਵਿੱਚ ਜਾ ਕੇ ਐਡੀ ਦਲੇਰੀ ਦਾ ਕੰਮ ਕਰਨਾ, ਰਿਸਕ ਲੈਣਾ, ਇਹਨੂੰ ਕਹਿੰਦੇ ਵਿਸਾਹਦਾਨ, ਭਰੋਸਾਦਾਨ। ਪਿਆਰ ਨਾਲ ਸਾਰੇ ਕਹੋ ਧੰਨ ਧੰਨ ਬਾਬਾ ਬਿਧੀ ਚੰਦ ਜੀ। ਧੰਨ ਧੰਨ ਬਾਬਾ ਬਿਧੀ ਚੰਦ। ਧੰਨ ਧੰਨ ਬਾਬਾ ਬਿਧੀ ਚੰਦ ਜੀ। ਧੰਨ ਧੰਨ ਬਾਬਾ ਬਿਧੀ ਚੰਦ। ਧੰਨ ਧੰਨ ਬਾਬਾ ਬਿਧੀ ਚੰਦ ਜੀ। ਧੰਨ ਧੰਨ ਬਾਬਾ ਬਿਧੀ ਚੰਦ ਜੀ। ਸੋ ਅਗਲੇਰਾ ਪ੍ਰਸੰਗ ਕੱਲ ਨੂੰ ਸਰਵਣ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ। ਪਿਆਰ ਨਾਲ ਸਾਰੇ ਗੱਜ ਕੇ ਕਹੋ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਗੱਜ ਕੇ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ 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 ਗੱਜ ਕੇ ਵਾਹਿਗੁਰੂ 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 ਸਤਿਗੁਰੂ ਜੀ ਕਿਰਪਾ ਕਰਨ, ਸਾਰੀਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨ। ਅੱਗੋਂ ਕਿਵੇਂ ਫਿਰ ਬਾਬਾ ਜੀ ਘੋੜਾ ਲੈ ਕੇ ਆਉਂਦੇ ਆ, ਉਹ ਪ੍ਰਸੰਗ ਆਪਾਂ ਸਰਵਣ ਕਰਾਂਗੇ। ਮਹਾਰਾਜ ਜੀ ਕਿਰਪਾ ਕਰਨ, ਸਾਰੀ ਸੰਗਤ ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।